ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੇਖਾ ਪੱਟੀ ਸਾਹਿਬ ਮੇਰੇ ਨਾਲ ਸਹਿਮਤ ਹੋਣਗੇ। ਪੱਟੀ ਸਾਹਿਬ ਵੈਲਕਮ ਜੀ। ਇਹਨੂੰ ਸਤਿ ਸ੍ਰੀ ਅਕਾਲ। ਬਿਲਕੁਲ ਜੀ ਬਿਲकुल। ਮੇਰੇ ਲੋਕ ਸਾਰੇ ਦੋਸਤਾਂ ਤੇ ਆਪ ਜੀ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ? ਬਿਲਕੁਲ ਠੀਕ। ਜਿਹੜੀ ਗੱਲ ਤੁਸੀਂ ਗੱਲ ਕਹੀ ਹੈ ਜੀ, ਸ਼ਕਤੀ ਕਪੂਰ ਜਿਹੜੇ ਸੀ ਉਹ ਮਾਨਯੋਗ ਸਾਡੇ ਜਿਹੜੇ ਬੜੇ ਤਕੜੇ ਮਹਾਨ ਐਕਟਰ ਨੇ, ਉਹ ਸ਼ਰਾਬ ਨਹੀਂ ਪੀਂਦੇ, ਬਿਲਕੁਲ ਠੀਕ ਨਾ ਸ਼ਰਾਬ ਨਾ ਵੀ ਡੰਡਾ, ਲੇਕਿਨ ਐਕਟਰ ਸ਼ਰਾਬੀ ਦੀ ਬਹੁਤ ਸਭ ਤੋਂ ਵਧੀਆ ਕਰਦੇ। ਵੇਖੋ ਹਾਂਜੀ, ਇਹ ਵਰਦਾਨ ਹੁੰਦੀਆਂ ਕੁਝ ਚੀਜ਼ਾਂ। ਪਰ ਇੱਥੇ ਤੇ ਧਰਮਿੰਦਰ ਭਾਜੀ ਤੇ ਤੁਹਾਨੂੰ ਪਤਾ ਨਾਲ ਫਿਰ ਸ਼ੌਕੀਨ ਵੀ ਨੇ, ਤੇ ਹੁਣ ਭਾਵੇਂ ਛੱਡ ਦਿੱਤੀ ਕਹਿੰਦੇ, ਪਰ ਉਹਦੇ ਵੱਟ ਕੱਢ ਦਿੰਦੇ, ਸ਼ਰਾਬੀ ਦੀ ਐਕਟਿੰਗ ਕਰਨ ਵੱਟ ਕੱਢ ਦਿੰਦੇ। ਉਹ ਮੇਰੀ ਉਹ ਨਹੀਂ, ਸ਼ਰਾਬੀ ਐਕਟਿੰਗ ਨਹੀਂ ਕਰ ਸਕਦਾ। ਸ਼ਰਾਬੀ ਆਪ ਐਕਟਿੰਗ ਨਹੀਂ ਕਰ ਸਕਦਾ। ਨਹੀਂ, ਜੇ ਪੀਤੀ ਹੋਵੇ ਫੇਰ ਨਹੀਂ ਕਰ ਸਕਦਾ ਨਾ, ਫੇਰ ਤੇ ਉਹੀ ਕਰ ਸਕਦਾ ਜਿਹੜੀ ਮਤਲਬ ਹੁੰਦੀ ਆ। ਪੱਟੀ ਸਾਹਿਬ ਸਵਾਲ ਬੜੇ ਬੜਾ ਰੁੱਗ ਭਰਿਆ ਪਿਆ ਅੰਦਰ, ਮਤਲਬ ਏਦਾਂ ਵੀ ਸਾਹਮਣੇ ਬੈਠੀ ਹੋਵੇ ਇੱਕ ਦੁਨੀਆ ਤੇ ਖੁੱਲ ਕੇ ਬੋਲਣ ਦੀ ਹੋਵੇ। ਆਜ਼ਾਦੀ ਹੈ ਤਾਂ ਵੈਸੇ ਖੁੱਲ ਕੇ ਬੋਲਣ ਦੀ, ਪਰ ਜਵਾਬ ਦੇਣ ਵਾਲਾ ਵੀ ਅੱਗੇ ਨਾ ਮਤਲਬ ਹੋਵੇ, ਮਤਲਬ ਨਿਰਪੱਖ ਹੋਵੇ, ਉਹਨੂੰ ਸਵਾਲ ਕੀਤਾ ਜਾਵੇ। ਹੁਣ ਸਿੰਘੂ ਬਾਰਡਰ ਤੇ ਵਾਪਰੀ ਘਟਨਾ, ਕੋਈ ਇਹਨੂੰ ਤਾਲੇਬਾਨੀ ਕਹਿ ਰਿਹਾ, ਕੋਈ ਬੜਾ ਕੁਝ, ਕਿਸਾਨ ਵੀ ਕਹਿ ਰਹੇ ਜੀ ਇਹ ਮਤਲਬ ਜ਼ੁਲਮ ਸਿਤਮਾ, ਜੋ ਕੁਝ ਵੀ ਕਹਿ ਲਓ। ਹਾਂਜੀ, ਸਿੰਘੂ ਬਾਰਡਰ ਤੇ ਵਾਪਰੀ ਤਾਲੇਬਾਨੀ ਘਟਨਾ, ਸਾਰੇ ਕਹਿ ਰਹੇ ਨੇ ਤਾਲੇਬਾਨ ਦੇ ਨਾਲ ਆ ਜਾ। ਪਰ ਇੱਕ ਸਵਾਲ ਇਹ ਵੀ ਆ, ਮੇਰੇ ਕਾਲਰ ਨੇ ਕਿਹਾ ਕਿ ਜਦੋਂ ਸ਼ਾਂਤਮਈ ਲਖੀਮਪੁਰੀ ਦੇ ਵਿੱਚ ਹੋਇਆ ਤੇ ਇਹਨਾਂ ਦੇ ਚਾੜ ਦਿੱਤੀ ਗਈ ਗੱਡੀ, ਹਾਂਜੀ, ਕਿਸਾਨਾਂ ਦੇ ਉੱਤੇ, ਤੇ ਉਦੋਂ ਜਿਹੜੇ ਚਾਰ ਇਹਨਾਂ ਨੇ ਕੁੱਟ ਕੇ ਮਾਵਾਂ ਦੇ ਪੁੱਤ ਮਾਰ ਦਿੱਤੇ। ਚਲੋ ਉਹ ਵੀ ਭਟਕੇ ਹੋਏ ਹੋ ਸਕਦੇ, ਜਿਵੇਂ ਇਹ ਭਟਕਿਆ ਹੋਇਆ ਸੀਗਾ, ਤੇ ਫਿਰ ਗਾਂਧੀ ਦੇ ਪੁੱਤ ਬਣ ਜਾਂਦੇ। ਉਦੋਂ ਕਿਉਂ ਇਹ ਕੰਮ ਕੀਤਾ? ਉਹ ਚਾਰ ਕਿਉਂ ਮਾਰੇ ਆ? ਉਦੋਂ ਵੀ ਕਾਨੂੰਨ ਕੋ ਹੱਥ ਚ ਲਿਆ। ਅੱਜ ਜਿਹੜੇ ਨਿਹੰਗ ਸਿੰਘਾਂ ਨੂੰ ਤਾਲੇਬਾਨੀ ਦੇ ਸੋਚ ਦੇ ਨਾਲ ਕਿਹਾ ਜਾ ਰਿਹਾ, ਬੜਾ ਕੁਝ ਕੀਤਾ ਜਾ ਰਿਹਾ, ਬੜਾ ਕੁਝ ਹੋ ਰਿਹਾ, ਤੇ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਹੋਵੇ, ਚਾਹੇ ਉਹਨਾਂ ਦਾ ਲੋਕ ਗ੍ਰੰਥ ਹੋਵੇ, ਚਾਹੇ ਦਸਮ ਗ੍ਰੰਥ ਹੋਵੇ, ਜਦੋਂ ਚੁੱਕ ਕੇ ਕੋਈ ਬੇਅਦਬੀ ਕਰ ਦਿੰਦਾ, ਚੈਲੰਜ ਕਰਕੇ ਬੇਅਦਬੀ ਕਰ ਦਿੰਦਾ, ਫਿਰ ਇਨਸਾਫ ਨਹੀਂ ਮਿਲਦਾ। ਨਿਹੰਗ ਸਿੰਘ ਆਪਣੀ ਤਰਕ ਰੱਖ ਰਹੇ ਨੇ। ਮੈਂ ਕਹਿੰਦਾ ਕਿਤੇ ਮਜਮਾ ਲੱਗਾ ਹੋਵੇ, ਸਵਾਲ ਕਿਤੇ ਕਰਨ ਦਾ ਮਜ਼ਾ। ਵੈਸੇ ਤਾਂ ਹੁਣ ਮਜਮਾ ਹੀ ਆ, ਪੂਰਾ ਵਰਲਡ ਆਪਣੇ ਕੋਲ, ਜਿੱਥੋਂ ਮਰਜ਼ੀ ਕਾਲ ਕਰ ਸਕਦਾ ਕੋਈ ਵੀ, ਪਰ ਇਹਨੂੰ ਤਾਲੇਬਾਨੀ ਸੋਚ ਵੀ ਕਹਿ ਰਹੇ ਨੇ। ਇਹਨੂੰ ਕਿਸੇ ਤਰੀਕੇ ਨਾਲ ਮਤਲਬ ਵਿਰੋਧੀਆਂ ਨੂੰ ਇੱਕ ਮਿਲ ਗਿਆ ਕਿ ਇਹਨੂੰ ਕਿੱਦਾਂ ਹੁਣ ਇਹਨੂੰ ਇਸ ਮਤਲਬ ਫੁੱਟਬਾਲ ਨੂੰ ਕਿਵੇਂ ਕਿੱਕ ਮਾਰਨੀ ਆ। ਉਥੋਂ ਦਾ ਮੀਡੀਆ ਦੇ ਬੱਲੇ ਬੱਲੇ ਕਰਾ ਹੀ ਰਿਹਾ, ਪਰ ਇਹ ਵੀ ਸਵਾਲ ਉੱਠ ਰਹੇ ਨੇ। ਕੀ ਕਹਿਣਾ ਚਾਹੋਗੇ? ਜਿਹੜੀ ਲਖੀਮਪੁਰ ਦੀ ਘਟਨਾ ਦੇ ਨਾਲ ਇਸ ਘਟਨਾ ਨੂੰ ਜੋੜ ਕੇ ਵੇਖਣਾ, ਮੈਂ ਸਮਝਦਾ ਉਹਦਾ ਕੋਈ ਸੁਚਾਰੂ ਕਦਮ ਨਹੀਂ। ਉਹ ਕਿਉਂ ਜੀ? ਲਖੀਮਪੁਰ ਦੇ ਵਿੱਚ ਤੁਸੀਂ ਕਹਿੰਦੇ ਵੀ ਜਿਹੜੇ ਦੂਸਰੇ ਉਹ ਧਾਰਮੀ ਬਣ ਕੇ ਆਏ ਸੀ ਬਕਾਇਦਾ, ਉਹ ਇੱਕ ਲਾਦੇ ਆਏ ਸੀ ਵੀ ਮਾਰ ਕੇ ਜਾਣੇ ਸੀ। ਉਹਨਾਂ ਦਾ ਜਿਹੜਾ ਮੇਨ ਜਿਹੜਾ ਸੀ ਵਿਰਕ ਸੀਗਾ, ਤਜਿੰਦਰ ਸਿੰਘ ਵਿਰਕ ਮੇਨ ਟਾਰਗੇਟ ਉਹਨਾਂ ਦਾ, ਜਿਹੜਾ ਅੱਜ ਕੱਲ੍ਹ ਜੇਰੇ ਇਲਾਜ ਹਸਪੀਟਲ, ਉਹਨਾਂ ਦਾ ਬਾਕੀ ਨਹੀਂ ਸੀ। ਬਾਕੀ ਤੇ ਚਾਰੇ ਆ ਕੇ ਪਏ ਸੀ, ਉਹਨਾਂ ਟਾਰਗੇਟ ਉਹ ਸੀਗਾ ਕਿਉਂ ਵਿਰਕ ਨੇ ਕਾਫੀ ਹੱਦ ਤੱਕ ਲੋਕਾਂ ਨੂੰ ਉੱਥੇ ਉਹਨੇ ਭੜਕਾਇਆ, ਕਹਿੰਦੇ ਅਸੀਂ ਕਹਿੰਦੇ ਤਿਆਰ ਕੀਤਾ ਉਹਨਾਂ ਦਾ ਵਿਰੋਧ ਕਰਨ ਲਈ। ਇਸ ਕਰਕੇ ਉਹਨਾਂ ਦਾ ਤੁਸੀਂ ਕਿਤੇ ਇਨਵੈਸਟੀਗੇਸ਼ਨ ਸਹੀ ਹੋ ਜਾਵੇ ਨਾ, ਇਹ ਸਾਰੀ ਗੱਲ ਸਾਹਮਣੇ ਆ ਜਾਊਗੀ ਵੀ ਉਹਨਾਂ ਦਾ ਟਾਰਗੇਟ ਵਿਰਕ ਸੀਗਾ। ਲੇਕਿਨ ਉਹ ਧਾਰੀ ਬਣ ਕੇ ਆਏ ਸੀ, ਉਹ ਬਕਾਇਦਾ ਤੌਰ ਤੇ ਉਹਨਾਂ ਗੱਡੀਆਂ ਚੜਾਈਆਂ ਸੀ। ਉਸ ਗੱਡੀਆਂ ਚੜਾਉਣ ਦੇ ਵਿੱਚ ਬੰਦੇ ਮਤ ਰੋਸ ਪ੍ਰਗਟ ਹੋਇਆ ਸੀ। ਰੋਸ ਪ੍ਰਗਟ ਹੋਣ ਦੇ ਵਿੱਚ ਫਿਰ ਤੁਹਾਨੂੰ ਪਤਾ ਜਿਹੜੀ ਲੜਾਈ ਹੁੰਦੀ ਹੈ, ਉਹਦੇ ਵਿੱਚ ਨਾ ਕੋਈ ਸੱਚਾ ਤੇ ਨਾ ਕੋਈ ਝੂਠਾ ਗਣਿਆ ਜਾਂਦਾ ਜੀ। ਉਦੋਂ ਬਾਅਦ ਅਸੀਂ ਕਹਿੰਦੇ ਚਲੋ ਜੋ ਆ ਮਾੜਾ ਆ, ਨਹੀਂ ਹੋਣਾ ਚਾਹੀਦਾ ਸੀ। ਉਦੋਂ ਰਿਐਕਟ ਕੀਤਾ ਫਿਰ ਨੌਜਵਾਨਾਂ ਨੂੰ, ਉੱਥੇ ਕੋਈ ਸ਼ੱਕ ਵਾਲੀ ਨਹੀਂ ਕੀਤਾ, ਰਿਐਕਟ ਕੀਤਾ। ਲੇਕਿਨ ਜਿਹੜੀ ਇਹ ਘਟਨਾ ਸੀ, ਇਹ ਘਟਨਾ ਦੇ ਸਿਰਫ ਇਹ ਸੀ ਵੀ ਉਹ ਬੰਦੇ ਨੂੰ ਤੁਸੀਂ ਬੇਅਦਬੀ ਕਰਦਿਆਂ ਫੜਨ ਦੀ ਗੱਲ ਕੀਤੀ। ਜੇ ਬੇਅਦਬੀ ਕਰਦਿਆਂ ਫੜਿਆ ਤੇ ਉਹਨੂੰ ਉਹਦੇ ਲੱਤ ਕੱਟਣ ਦਾ ਬਾਂਹ ਕੱਟਣ ਦਾ ਕੀ ਫਾਇਦਾ ਉੱਥੇ? ਸਾਡੀ ਕੌਮ ਦੇ ਵਿੱਚ ਜਦੋਂ ਅਹਿਮਦ ਸ਼ਾਹ ਬਦਾਲੀ ਦੇ ਸੈਨਿਕ ਫੜ ਕੇ ਲਿਆਂਦੇ ਸੀ ਨਾ, ਵੀ ਜਿੱਦਾਂ ਤੁਸੀਂ ਸਰੋਵਰ ਪੂਰਿਆ ਜੇ ਤੇ ਏਦਾਂ ਹੀ ਖਾਲੀ ਕਰਿਓ, ਉਹਨਾਂ ਨੂੰ ਖਾਲੀ ਕਰਾਇਆ ਸੀ। ਕਰੋ ਖਾਲੀ ਇਹਨਾਂ ਨੂੰ, ਕੀ ਕੀਤਾ ਸੀ ਉਹਨਾਂ ਨੂੰ? ਉਦੋਂ ਬਾਅਦ ਤਤਕਾਲੀ ਜਥੇਦਾਰ ਅਕਾਲ ਤਖਤ ਨੇ ਕਹਿ ਦਿੱਤਾ ਸੀ ਵੀ ਇਹਨਾਂ ਨੂੰ ਹੁਣ ਘਰਾਂ ਨੂੰ ਜਾਣ ਦੇ। ਸਾਡੀ ਇਹਨਾਂ ਨਾਲ ਕੋਈ ਲੜਾਈ ਨਹੀਂ, ਇਹਨਾਂ ਪੂਰਿਆ ਸੀ, ਇਹਨਾਂ ਕੋਲ ਖਾਲੀ ਕਰਾ ਲਿਆ, ਇਹਨਾਂ ਸੇਵਾ ਬੜੀ ਪਿਆਰ ਨਾਲ ਕੀਤੀ, ਜਾਣ ਦੋ। ਸਾਡਾ ਇਹ ਇਤਿਹਾਸ ਹੈ।
ਉਹ ਬੰਦੇ ਨੇ ਠੀਕ ਹੈ ਜੀ, ਕੋਈ ਗੱਲ ਨਹੀਂ, ਉਹਨੇ ਗਲਤੀ ਕੀਤੀ, ਅਸੀਂ ਕਹਿੰਦੇ ਬਿਲਕੁਲ ਗਲਤੀ ਕੀਤੀ, ਉਹਨੇ ਕੀਤੀ ਜਾਂ ਨਹੀਂ ਕੀਤੀ ਉਹ ਵੀ ਚਰਚਾ ਦਾ ਵਿਸ਼ਾ ਤੇ ਜਾਂਚ ਦਾ ਵਿਸ਼ਾ। ਉਹਨੂੰ ਬੰਦਾ ਉੱਥੇ ਕੌਣ ਲੈ ਕੇ ਗਿਆ? ਉਹ ਕਹਿੰਦੇ 1 ਦਿਨ ਪਹਿਲਾਂ ਉੱਥੇ ਗਿਆ ਵਾ, 1 ਜਾਂ 2 ਦਿਨ ਪਹਿਲਾਂ ਉੱਥੇ ਗਿਆ ਵਾ। ਫਿਰ ਉਹਨੂੰ ਕਸ਼ਹਿਰਾ ਕਿਹਨੇ ਪਾਇਆ, ਇਹ ਵੀ ਵੇਖਣ ਵਾਲੀ ਗੱਲ। ਅਮਰੀ ਬੰਦਾ ਇਹਨਾਂ ਚਿੱਠਾ ਕਸ਼ਹਿਰਾ ਮੇਰੇ ਕੋਲ ਵੈਸੇ ਨਾ ਉਹਦੇ ਕੋਲ ਮੇਰੇ ਖਿਆਲ ਕੋਈ ਚਿੱਟਾ ਕਸ਼ਹਿਰਾ ਪਾਇਆ ਉਹਨੂੰ ਗਿਆ। ਇਹ ਕੀ ਆ ਕਹਾਣੀ? ਇਹ ਸਾਰੀ ਜਾਂਚ ਦਾ ਵਿਸ਼ਾ ਵਾ। ਲੇਕਿਨ ਆਪਾਂ ਇਹਨੂੰ ਤੁਹਾਨੂੰ ਨਹੀਂ ਲੱਗਦਾ ਕਿ ਨਿਹੰਗ ਸਿੰਘਾਂ ਨੇ, ਚਲੋ ਜੇ ਉਹਨਾਂ ਨੇ ਉਹ ਜਿਸ ਤਰੀਕੇ ਦੇ ਨਾਲ ਉਹਨੂੰ ਜੇ ਉਹਨੂੰ ਹੁਣ ਕਤਲ ਕਰ ਦਿੱਤਾ, ਮੰਨ ਲਓ ਕਿ ਉਹ ਸਰਬਲੋਹ ਲੈ ਕੇ ਜੋ ਗ੍ਰੰਥ ਹੈ ਉਹ ਭੱਜਿਆ, ਜਾਂ ਉਹ ਹੱਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਹੋ ਸਕਦਾ ਸੀ, ਜਾਂ ਉਹਨੂੰ ਪਤਾ ਹੀ ਨਹੀਂ ਆ, ਉਹ ਇਹ ਕਹਿ ਰਹੇ ਨੇ ਕਿ ਸਿਰਫ ਸਰਬਲੋਹ ਨੂੰ ਹੀ ਇਹਨੇ ਚੱਕ ਕੇ ਭੇਜੇ ਨੇ, ਗੁਰੂ ਆਪਣੇ ਗ੍ਰੰਥ ਨੂੰ, 10ਵੇਂ ਗ੍ਰੰਥ ਨੂੰ ਵੀ ਹੋ ਸਕਦਾ ਕੋਈ ਵੀ। ਜਦੋਂ ਉਹਨੂੰ ਨਸ਼ੇੜੀ ਹੈ, ਹਾਫ ਪੁਆਇੰਟ ਜਿਹੜਾ ਤੁਸੀਂ ਚੁੱਕਿਆ, ਇਹਦੋਂ ਪਹਿਲਾਂ ਕੁਝ ਹੋਰ ਪੁਆਇੰਟ ਸਾਡੇ ਵੀਰ ਚੁੱਕ ਕੇ ਗਏ ਨੇ। ਵੇਖੋ ਦੁਨੀਆ ਹਰ ਐਂਗਲ ਤੋਂ ਸੋਚਦੀ ਆ। ਤੁਸੀਂ ਕਿਹਾ ਕਿ ਨਵਾਂ ਹੀ ਕਸ਼ਹਿਰਾ ਪਾਇਆ ਉਹਨੇ, ਹਨਾ, ਚਿੱਟਾ, ਅਮਲੀ ਬੰਦਾ ਹੈ, ਘਰ ਵਾਲੀ ਭੱਜੀ ਹੋਈ ਹੈ, ਅਡਾਪਟ ਕੀਤਾ ਹੋਇਆ, ਮਤਲਬ ਜਿਨ੍ਹਾਂ ਨੇ ਅਡਾਪਟ ਕੀਤਾ ਉਹਨਾਂ ਦੀ ਔਲਾਦ ਨਹੀਂ ਹੈ, ਉੱਥੋਂ ਖਬਰੇ ਵੀ ਆ ਰਹੀ ਜੀ। ਤੇ ਉਹ ਉੱਥੇ ਗਿਆ ਵਾ। ਇਹ ਵੀ ਹੈ ਕਿ ਦਰਬਾਰ ਸਾਹਿਬ ਕਦੀ ਉਹ ਗਿਆ ਨਹੀਂ, ਇਹ ਵੀ ਪਤਾ ਲੱਗਾ। ਅੰਮ੍ਰਿਤਸਰ ਗਿਆ ਨਹੀਂ ਤੇ ਦਿੱਲੀ ਪਹੁੰਚ ਗਿਆ, ਉੱਥੇ ਜਾ ਕੇ ਉਹਨੇ ਇਹ ਅੰਜਾਮ ਦਿੱਤਾ। ਜੇ ਉਹਦੇ ਕੱਪੜੇ ਬਿਲਕੁਲ ਨਿਹੰਗ ਸਿੰਘ ਬਾਣੇ ਦੇ ਵਿੱਚ ਹੈ ਤੇ ਸਿਰ ਤੋਂ ਕੋਨਾ ਮੋਨਾ ਹੈ, ਤੇ ਕਿੰਨੇ ਉਹਨੂੰ ਇਹ ਪਹਿਰਾਵਾ ਦਿੱਤਾ, ਕਿੱਥੋਂ ਆਇਆ, ਕੀ ਉਹਦੇ ਪਿੱਛੇ ਸਾਜ਼ਿਸ਼ ਸੀ? ਕੀ ਜਿਹੜੇ ਨਿਹੰਗ ਸਿੰਘ ਇਸ ਵਕਤ ਸਪੀਚ ਦੇ ਰਹੇ ਨੇ, ਮੈਨੂੰ ਤਾਂ ਇੰਟੈਲੀਜੈਂਟ ਲੱਗਦੇ ਨੇ ਉਹਨਾਂ ਦੀ ਸਪੀਚ ਦੇ ਵਿੱਚ ਵੀ ਉਹਨਾਂ ਨੇ ਇੱਕ ਬੜੀ ਤਗੜੀ ਸਟੇਟਮੈਂਟ, ਮੈਂ ਉਹਨੂੰ ਮੰਨਦਾ ਕਿ ਬੜੀ ਸੋਚੀ ਸਮਝੀ ਮਤਲਬ ਸਾਜ਼ ਦੇ ਅਧੀਨ ਜਿਹੜਾ ਬੰਦਾ ਆਇਆ ਵਾ, ਤੇ ਉਹਨੂੰ ਬਦਨਾਮ ਕਰਨ ਵਾਸਤੇ ਜਿਹੜਾ ਵਾ ਉਹ ਕਿਸਾਨੀ ਮੋਰਚੇ ਵਾਸਤੇ ਜਿਹੜੀਆਂ ਤਿਆਰੀਆਂ ਵਿੱਢੀਆਂ ਜਾ ਰਹੀਆਂ ਜਾਂ ਤਿਆਰੀਆਂ ਹੋਈਆਂ ਨੇ, ਜੋ ਕੁਝ ਵੀ ਹੋ ਗਿਆ ਬੜਾ ਘਟਨਾਕ੍ਰਮ ਬਹੁਤ ਲੰਬਾ ਚੌੜਾ, ਉਹਦੇ ਉੱਤੇ ਵੀ ਉਹ ਦਸਤਾਰ ਸਜਾ ਕੇ ਬੈਠਾ। ਮੇਰੇ ਵੀਰ ਜੀ ਕਹਿ ਕੇ ਗਏ ਨੇ ਕਿ ਦਸਤਾਰ ਧਾਰੀ ਆ, ਜੇ ਉਹ ਮੋਨਾ ਆ ਤੇ ਪਤਾ ਨਹੀਂ ਲੱਗਾ ਉਹਨਾਂ ਨੂੰ 2 ਦਿਨ ਤੋਂ ਵੀ ਇਹ ਮੋਨਾ ਕੋਨਾ ਬੰਦਾ ਕਿਵੇਂ ਨਿਹੰਗ ਬਣ ਕੇ ਘੁੰਮ ਰਿਹਾ। ਇੱਕ ਇਹਨਾਂ ਨੇ ਪੁਆਇੰਟ ਉਹ ਵੀਰ ਨੇ ਉਠਾਇਆ, ਕਿਸਾਨ ਮੋਰਚੇ ਵਾਲਿਆਂ ਨੇ ਇਹਨੂੰ ਕੰਡੈਮ ਕੀਤਾ। ਵੀ ਕੀ ਇਹ ਸਾਡੇ ਵੀਰ ਦਾ ਸਵਾਲ ਸੀ? ਜੇ ਉਹ ਸੁਣ ਰਹੇ ਨੇ ਤਾਂ ਕਾਲ ਕਰ ਲੈਣ ਤੇ ਮੈਂ ਉਹਨਾਂ ਨੂੰ ਮੌਕਾ ਵੀ ਦੇ ਸਕਦਾ ਗੱਲਬਾਤ ਕਰਨ ਦਾ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਸਾਨੂੰ ਆਫ ਦੇਅਰ ਵੀ ਬਹੁਤ ਸਾਰੇ ਸਵਾਲ ਆਉਂਦੇ ਨੇ ਤੇ ਇਕੱਲੇ ਦਾ ਅਸੀਂ ਜਵਾਬ ਨਹੀਂ ਦੇ ਸਕਦੇ। ਜੇ ਜਵਾਬ ਦਈਏ ਫਿਰ ਅਸੀਂ ਧਿਰ ਬਣ ਜਾਂਦੇ ਹਾਂ, ਹਨਾ, ਤੇ ਧਿਰ ਅਸੀਂ ਹੈ ਨਹੀਂ। ਸੋ ਹੁਣ ਮਸਲਾ ਇਹ ਹੈ ਕਿ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਨਵਾਂ ਚਿੱਟਾ ਲਿਸ਼ਕਦਾ ਕਛਹਿਰਾ ਤੇ ਬਾਣਾ ਉਹਨੇ ਪਾਇਆ, ਤੇ ਬਾਣਾ ਦਿੱਤਾ ਕਿੰਨੇ ਉਹਨੂੰ, ਕਿੰਨੇ ਉਹਨੂੰ ਇਹ ਪ੍ਰੇਰਿਤ ਕੀਤਾ? ਇੱਥੇ ਨਿਹੰਗ ਸਿੰਘ ਮਤਲਬ ਤੁਹਾਨੂੰ ਲੱਗਦਾ ਨਹੀਂ ਕਿ ਉਹਨੂੰ ਫੜ ਕੇ ਤੇ ਉਹਦੀ ਵੀਡੀਓ ਬਣਾਈ ਹੈ ਤੇ ਉਹਨਾਂ ਨੂੰ ਉਜਾਗਰ ਕਰਨੀ ਚਾਹੀਦੀ ਹੈ? ਤੇ ਚਲੋ ਮਾੜਾ ਮੋਟਾ ਜੇ ਚਾੜਾ ਚੂੜਾ ਛਕਾਉਣਾ ਸੀ ਛਕਾ ਕੇ 2-4 ਤੇ ਪੁਲਿਸ ਦੇ ਹਵਾਲੇ ਕਰਦੇ ਵੀ ਆਹ ਦੇਖੋ ਜੀ ਇਹ ਬੰਦਾ ਇਹ ਇਸ ਭੇਸ ਦੇ ਵਿੱਚ ਆਇਆ, ਤੇ ਫਿਰ ਇਹਨਾਂ ਦੀ ਚੜ੍ਹਤ ਜ਼ਿਆਦਾ ਹੋਣੀ ਸੀ। ਜੋ ਕੰਮ ਹੋ ਗਿਆ, ਚਲੋ ਜੇ ਵਾਕਿਆ ਹੀ ਬੇਅਦਬੀ ਹੋਈ ਆ ਉੱਥੇ ਸਰਬਲੋਹ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਆ, ਉਹ ਤਾਂ ਘਟਨਾ ਬੜੀ ਨਿੰਦਨੀय ਹੈ ਹੀ ਨਿੰਦਨੀय, ਮਾੜੀ ਗੱਲ ਆ। ਪਰ ਦੂਜੇ ਪਾਸੇ ਉਹ ਤਰਕ ਦੇ ਰਹੇ ਨੇ ਕਿ ਹੁਣ ਸਿਰ ਤੋਂ ਪਾਣੀ ਲੰਘ ਚੁੱਕਾ, ਇਹਨਾਂ ਨੂੰ ਸਜ਼ਾ ਹੀ ਨਹੀਂ ਮਿਲਦੀ, ਅਸੀਂ ਸਜ਼ਾ ਆਪ ਦੇਣੀ ਹੈ। ਇਹ ਵੀ ਗੱਲ ਬੜੀ ਵੱਡੀ ਆ। ਚਾਵਲਾ ਸਾਹਿਬ ਤੁਸੀਂ ਆਪਣੀ ਗੱਲ ਠੀਕ ਆ, ਤੁਹਾਡੀ ਗੱਲ ਠੀਕ ਆ। ਹੁਣ ਉਹ ਜ਼ਮਾਨਾ ਨਹੀਂ ਹੈਗਾ ਜਦੋਂ ਅਸੀਂ ਜੰਗਲਾਂ ਚ ਰਹਿੰਦੇ ਸਾਂ। ਅਸੀਂ ਕਾਨੂੰਨ ਉਦੋਂ ਮੁਸਲਮਾਨ ਹੁੰਦੇ ਸੀ, ਕਾਨੂੰਨ ਦਾ ਟੱਕਰਾ ਕਰਦੇ ਸੀ, ਸਾਡੇ ਕਾਨੂੰਨ ਵੱਖਰੇ ਤੁਹਾਡੇ ਕਾਨੂੰਨ ਵੱਖਰੇ। ਉਹ ਚੀਜ਼ ਨਹੀਂ ਹੈਗੀ ਹੁਣ ਡੈਮੋਕ੍ਰੇਸੀ ਆ। ਹੁਣ ਇੱਕ ਆਜ਼ਾਦ ਦੇਸ਼ ਰਹੇ ਨੇ ਅਸੀਂ, ਜਿੱਥੇ ਇੱਕ ਲਾਅ ਐਂਡ ਆਰਡਰ ਦੀ ਸਥਿਤੀ ਹੈਗੀ ਆ। ਜੇ ਕਿਤੇ ਉਹਨੂੰ ਫੜ ਕੇ ਉਹਦੀ ਪੁੱਛ ਪੜਤਾਲ ਕਰਦੇ, ਕਿਸਾਨ ਮੋਰਚੇ ਦੇ ਆਗੂ ਨੂੰ ਬਣਾਉਂਦੇ, ਵੇਖੋ ਜੀ ਬੰਦਾ ਫੜੇ ਦੱਸੋ ਕੀ ਕਰਨਾ ਹੈ। ਤਾਂ ਇਹਨਾਂ ਨਿਹੰਗਾਂ ਦੀ ਆਨ ਤੇ ਸ਼ਾਨ ਚ ਵਾਧਾ ਹੁੰਦਾ ਵੀ ਨਿਹੰਗ ਬੜੇ ਸਾਡੇ ਵਾਸਤੇ ਜਿਹੜੇ ਫਰੂਟਫੁਲ ਸਾਬਤ ਹੋ ਰਹੇ ਨੇ। ਉਹੀ ਗੱਲ ਮੈਂ ਕਹਿ ਰਿਹਾ ਨਾ, ਤੇ ਇਹੀ ਗੱਲ ਮੈਂ ਤੁਹਾਨੂੰ ਸ਼ੁਰੂ ਕਹੀ ਆ ਵੀ ਇਹ ਚੰਗੀ ਗੱਲ ਹੁੰਦੀ ਵੀ ਇਹਦੀ ਮਾਰਨ ਦੀ ਬਜਾਏ ਉਹਨੂੰ ਸਗੋਂ ਜਿੰਦਾ ਰੱਖਦੇ, ਉਹਦੀ ਪੂਰੀ ਪੜਤਾਲ ਕਰਦੇ, ਭਾਈ ਤੈਨੂੰ ਕਛਹਿਰਾ ਕਿੱਥੋਂ ਮਿਲਿਆ, ਤੈਨੂੰ ਬਾਣਾ ਕਿੱਥੋਂ ਮਿਲਿਆ, ਇਹ ਸਾਰੀ ਕੋਖ ਪੜਤਾਲ ਕਰਦੇ, ਪਿੱਛੇ ਤੱਕ ਜਾਂਦੇ। ਉਹਦੇ ਪਰਿਵਾਰ ਵਾਲੇ ਕਹਿੰਦੇ ਉਹ ਦਿੱਲੀ ਕਦੀ ਗਿਆ ਹੀ ਨਹੀਂਗਾ, ਉਹ ਕੱਲਾ ਜਾ ਹੀ ਨਹੀਂ ਸਕਦਾ, ਉਹਨੂੰ ਲਿਜਾਇਆ ਗਿਆ ਵਾ। ਸਵਾਲ ਇਹ ਪੈਦਾ ਹੁੰਦਾ ਵੀ ਕਿਹਨੇ ਕੌਣ ਲੈ ਕੇ ਗਿਆ ਉਹਨੂੰ? ਫਿਰ ਜਦੋਂ ਉਹਨੂੰ ਲਟਕਾਇਆ ਉਹ ਕਹਿੰਦਾ ਮੈਂ ਨਹੀਂ ਕੁਛ ਵੀ ਕੀਤਾ ਭਾਜੀ, ਮੈਂ ਕੋਈ ਬੇਅਦਬੀ ਨਹੀਂ ਕੀਤੀ, ਮੈਨੂੰ ਇਹਨੂੰ ਤੁਸੀਂ ਮਾਰੋ ਨਾ, ਤੁਸੀਂ ਲੱਤ ਵੜਤੀ ਮੇਰੇ ਗੁੱਟ ਤੋਂ, ਮੈਂ ਬੇਅਦਬੀ ਨਹੀਂ ਕੀਤੀ, ਮੈਂ ਕਹੀ ਜਾਂਦਾ ਬਾਬਰ ਨਹੀਂ ਕੀਤੀ। ਜਾਂ ਤੇ ਉਹਨੂੰ ਮਨਾਉਂਦੇ ਵੀ ਠੀਕ ਆ, ਉਹਨੇ ਮੈਂ ਨਹੀਂ ਕੀਤੀ। ਅਗਲੀ ਗੱਲ ਜਿਹੜੀ ਆਪਾਂ ਫਿਰ ਉੱਥੇ ਹੋਣੇ ਆ ਵੀ ਚੰਗੀ ਗੱਲ ਸੀ ਜੇ ਕਿਤੇ ਥੋੜੀ ਰਾਜਾ ਰਾਜ ਸਿੰਘ ਹੋਰੀ ਬੜੇ ਸਿਆਣੇ ਬੰਦੇ ਸੀ, ਮਾਰੇ ਬੰਦੇ ਨਹੀਂ। ਇਹ ਘਟਨਾ ਵਾਪਰ ਗਈ ਮੈਨੂੰ ਨਹੀਂ ਪਤਾ, ਮੈਨੂੰ ਇਹ ਉਮੀਦ ਆ ਵੀ ਰਾਜਾ ਰਾਜ ਸਿੰਘ ਉੱਥੇ ਹੈ ਹੀ ਨਹੀਂ ਸੀ। ਜੇ ਉੱਥੇ ਹੁੰਦਾ ਸ਼ਾਇਦ ਇਹਦਾ ਘਟਨਾ ਨਾ ਵਾਪਰਦੀ। ਉਹਨੇ ਬੜਾ ਸਖਤ ਬਿਆਨ ਦਿੱਤਾ ਕਿਸਾਨ ਮੋਰਚਿਆਂ ਦੇ ਖਿਲਾਫ।
ਕਿਸਾਨ ਮੋਰਚੇ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਵੇਖੋ ਇਸ ਇਸ਼ੂ ਦੇ ਉੱਤੇ ਅਸੀਂ ਉਹਨਾਂ ਦੇ ਬਿਲਕੁਲ ਨਾਲ ਹੀ, ਸਾਡਾ ਉਹਨਾਂ ਉੱਤੇ ਇਲਾਕਾ ਡਿੱਕਾ ਨਹੀਂ। ਤੇ ਉਹਨੇ ਰਿਐਕਟ ਕੀਤਾ ਜੀ ਇਹਨਾਂ ਨੇ ਸਾਡਾ ਵੀ ਇਲਾਕਾ ਦੇ ਇਹਨਾਂ ਦਾ ਕੋਈ ਨਹੀਂ, ਇਹਨਾਂ ਦੇ ਹੈਗਾ, ਅਸੀਂ ਆਪਣੀ ਮਰਜ਼ੀ ਕਰਾਈ ਜੋ ਕਰਾਂਗੇ। ਇਹ ਗੱਲਾਂ ਸ਼ੁਭਦੀਆਂ ਨਹੀਂ। ਜਿਹੜੀ ਸਾਡੀ ਵਿਰੋਧੀ ਧਿਰ ਆ ਉਹ ਤੇ ਚਾਹੁੰਦੀ ਆ ਕਿ ਇਹਨਾਂ ਇਹੋ ਜਿਹਾ ਪਾੜਾ ਪਵੇ ਤੇ ਅਸੀਂ ਉਹਨੂੰ ਮੌਕਾ ਮਿਲੇ ਕੋਈ ਨਾ ਕੁਝ ਕਰਨ ਦਾ। ਸਾਨੂੰ ਚਾਹੀਦਾ ਕਿ ਅਸੀਂ ਇਹਨੂੰ ਕਿਸੇ ਤਰੀਕੇ ਤੇ ਤਰੀਕੇ ਨਾਲ ਸੁਲਝਾਉਣਾ ਵਾ। ਹੁਣ ਜੇ ਜਗਜੀਤ ਸਿੰਘ ਡੱਲੇਵਾਲ ਉਹ ਸੁਲਝੇ ਹੋਏ ਬੰਦੇ ਆ, ਪ੍ਰੈਸ ਕਾਨਫਰੰਸ ਕੀਤੀ ਆ, ਮੈਂ ਹੋਰ ਕਿਸੇ ਗੱਲ ਕਰਦਾ ਨਹੀਂ, ਉਹ ਬਹੁਤ ਸੁਲਝੇ ਹੋਏ ਬੰਦੇ, ਉਹਨਾਂ ਬੜੀ ਸਲੀਕੇ ਤਰੀਕੇ ਨਾਲ ਗੱਲ ਕਰਨੀ ਜਾਣਦੇ ਨੇ। ਲੇਕਿਨ ਜਿਹੜੀ ਗੱਲ ਗਲਤ ਫਹਿਮੀ ਵਿੱਚ ਪੱਤਰਕਾਰ ਨੇ ਪੈਦਾ ਕੀਤੀ ਕਿ ਉਹਨਾਂ ਨੇ ਕੀ ਕਿਹਾ ਤੇ ਉਹਨਾਂ ਨੇ ਕੀ ਕਿਹਾ, ਇਹ ਗੱਲ ਨਹੀਂ ਸੀ ਹੋਣੀ ਚਾਹੀਦੀ। ਹੁਣ ਵੇਖੋ, ਜਦੋਂ ਤੁਸੀਂ ਬਾਅਦ ਚ ਬੁਲਾਇਆ ਬਲਦੇਵ ਸਿੰਘ ਸੱਸਾ ਗਏ, ਜਦੋਂ ਬਲਦੇਵ ਸਿੰਘ ਸੱਸਾ ਗਿਆ ਫਿਰ ਉਹਨਾਂ ਨੇ ਜਾ ਕੇ ਜਿਹੜੀ ਪੁਲਿਸ ਨੂੰ ਲਾਸ਼ ਦਿੱਤੀ ਹੈ, ਪਹਿਲਾਂ ਲਾਸ਼ ਦਿੱਤੀ ਨਹੀਂ, ਉਹ ਇਕੱਠੇ ਹੋ ਕੇ ਫਿਰ ਨਹੀਂ ਜਿਹੜੀ ਲਾਸ਼ ਸੀ। ਬਲਦੇਵ ਸਿੰਘ ਸੱਸੇ ਨੇ ਕਿਹਾ ਭਾਈ ਆਪਾਂ ਕਾਨੂੰਨ ਝੱਕ ਨਹੀਂ ਲਿਆ, ਰੱਖ ਨਹੀਂ ਲੈਣਾ, ਤੁਸੀਂ ਲਾਸ਼ ਦਿਓ, ਅਗਲੀ ਗੱਲ ਤਾਂ ਫਿਰ ਕਰਦੇ। ਜੇ ਕਿਤੇ ਕਿਸਾਨ ਮੋਰਚੇ ਵਾਲੇ ਲੀਡਰਾਂ ਨੂੰ ਬੁਲਾ ਕੇ ਕਹਿੰਦੇ ਜੀ ਆ ਅਸੀਂ ਬੇਅਦਬੀ ਕਰਦਾ ਬੰਦਾ ਫੜਿਆ, ਇਹਦੀ ਤਫਤੀਸ਼ ਤੁਸੀਂ ਕਰਨੀ, ਤੁਸੀਂ ਕਰ ਲਓ, ਜੇ ਕਿਸੇ ਨੂੰ ਦੇਣਾ ਦੇ ਦਿਓ, ਤੁਸੀਂ ਆਪਣੇ ਵੱਲ ਤੇ ਕਾਰਵਾਈ ਕਰੋ। ਜੇ ਉਹਨਾਂ ਨੂੰ ਆਗੂ ਮੰਨਦੇ ਸੀਗੇ ਤੇ ਆਪਣੇ ਹੱਥੀਂ ਅਫਕਰੂ ਨਾ ਲੈਂਦੇ। ਹੁਣ ਵੇਖੋ, ਜਿਹੜਾ ਬੰਦਾ ਆਪ ਕਹਿੰਦਾ ਜੀ ਮੈਂ ਮਾਰਿਆ, ਮੈਂ ਵੱਢਿਆ ਜੀ, ਮੈਂ ਮਾਰਿਆ, ਇੱਕ ਬੰਦਾ ਮੰਨ ਗਿਆ। ਹੁਣ ਜਦੋਂ ਉਹਦੇ ਤਫਤੀਸ਼ ਹੀ ਹੋ ਪਤਾ ਨਹੀਂ ਕਿੰਨੇ ਮੁੜ ਕੇ ਫੜੇ ਜਾਣੇ ਵਿੱਚੋਂ। ਗੱਲ ਇਹ ਨਹੀਂ ਹੈਗੀ, ਗੱਲ ਸਿਰਫ ਇਹ ਆ ਅਸੀਂ ਅੱਜ ਦੇ ਹਾਲਾਤਾਂ ਦੇ ਮੁਤਾਬਕ ਗੱਲ ਕਰੀਏ। ਲਖੀਮਪੁਰ ਦੀ ਘਟਨਾ ਨੇ ਇਹਨੂੰ ਜੋੜ ਕੇ ਨਾ ਵੇਖੀ, ਜਿਹੜੇ ਵੇਖਦੇ ਆ ਮੈਂ ਸੋਚਿਆ ਚਲੋ ਆਪਣੀ ਸੋਚਣਾ ਸੀ, ਪਰ ਮੈਂ ਨਹੀਂ ਵੇਖਦਾ ਇਹਨੂੰ। ਸਾਡੇ ਤੁਸੀਂ ਮੋਰਚੇ ਲੈ ਲਓ, ਨਨਕਾਣਾ ਸਾਹਿਬ ਦੇ ਮੋਰਚੇ ਤੇ ਸਾਡੇ ਬੰਦਿਆਂ ਕੋਲ ਹਥਿਆਰ ਨਹੀਂ, ਕੋਈ ਹਥਿਆਰ ਨਹੀਂ ਲੈ ਕੇ ਗਏ, ਹਥਿਆਰ ਵਿੱਚ ਕੋਈ ਨਹੀਂ ਲੈ ਕੇ ਜਾਣਾ। 200 ਤੋਂ ਵੱਧ ਸਾਡੇ ਬੰਦੇ ਸ਼ਹੀਦ ਹੋਏ, ਲੇਕਿਨ ਬਿਲਕੁਲ ਨਹੀਂ ਅਸੀਂ ਵੀ ਹੱਥ ਚੁੱਕਣਾ ਕਿਸੇ ਤੇ, ਜੋ ਮਰਜ਼ੀ ਹੋ ਜਾਏ। ਜਿੱਤ ਪ੍ਰਾਪਤ ਕੀਤੀ ਗੁਰੂ ਕੇ ਬਾਹਰ ਮੋਰਚੇ ਤੇ ਸਾਡੇ ਤੇ ਘੋੜੇ ਚੜਾ ਦਿੰਦੇ ਰਹੇ। ਬਾਅਦ ਦੇ ਵਿੱਚ ਜਿਹੜੇ ਜਿੰਦਾ ਸੀ ਸਾਡੇ ਬਜ਼ੁਰਗ, ਉਹਨਾਂ ਦੇ ਉੱਤੇ ਪਿੰਡੇ ਦੇ ਉੱਤੇ ਉਹਨਾਂ ਦੇ ਸੁਮਨ ਸਾਂਝੀ ਘੋੜਿਆਂ ਦੇ। ਉਹ ਤੇ ਇੱਕ ਪਾਦਰੀ ਦੀ ਮੈਂ ਸੋਚਦਾ ਬੜੀ ਦਿਆਨਤਦਰੀ ਸੀਗੀ, ਜਿਹਨੇ ਵਾਇਸਰ ਨੂੰ ਕਿਹਾ ਵੀ ਤੂੰ ਇੱਥੇ ਆ ਜਾ ਕੇ ਵਿਖਾਵਾ ਹੋ ਕੀ ਰਿਹਾ ਜੀ। ਮੇਰੇ ਖਿਆਲ ਚ ਕਾਲਰ ਲੱਗਿਆ ਕਿ ਜਦੋਂ ਕੁੱਟ ਪੈਂਦੀ ਵਿਖਾਈ ਉੱਥੇ ਕਿਆ ਵਿਝੋੜਿਆ ਵਾ ਜੀ। ਮੁੜ ਕੇ ਬਕਾਇਦਾ ਤੌਰ ਤੇ ਉਹਨੂੰ ਕਹਿਣਾ ਪਿਆ ਵੀ ਤੁਸੀਂ ਫੜ ਕੇ ਨੂੰ ਅੰਦਰ ਦੇ ਦਿਓ, ਕੁੱਟਮਾਰ ਬਿਲਕੁਲ ਨਹੀਂ ਕਰਨੀ ਜੀ। ਮੇਰੇ ਖਿਆਲ ਦੇ ਵਿੱਚ ਉਹ ਜਿਹੜੇ ਕਾਲਰ ਸਾਹਿਬਾਨ ਨੇ ਸਾਨੂੰ ਸਵਾਲ ਦਿੱਤਾ ਸੀਗਾ, ਮਤਲਬ ਉਹ ਆਪ ਵੀ ਆ ਸਕਦੇ ਨੇ, ਇੱਕ ਦੋ ਲਾਈਨਾਂ ਫਲੈਸ਼ ਕਰਕੇ ਡ੍ਰੌਪ ਵੀ ਹੋ ਗਈਆਂ ਨੇ, ਇੱਕ ਲਾਈਨ ਹੋਰ ਫਲੈਸ਼ ਹੋ ਰਹੀ ਹੈ। ਮੈਂ ਚਾਹਾਂਗਾ ਕਿ ਤੁਸੀਂ ਇਸ ਨੂੰ ਵਾਈਂਡ ਅਪ ਕਰ ਲਓ ਆਪਣੀ ਗੱਲਬਾਤ ਨੂੰ, ਤੇ ਫਿਰ ਆਪਾਂ ਅੱਗੇ ਗੱਲਬਾਤ ਨੂੰ ਤੋਰੀਏ ਜੀ। ਹੁਣ ਵੇਖੋ, ਮੈਂ ਸਿਰਫ ਉੱਥੇ ਫਿਰਾਉਂਦਾ ਕਿ ਸਾਡੇ ਇਤਿਹਾਸ ਨੂੰ ਫਰੋਲ ਕੇ ਤੁਸੀਂ ਵੇਖ ਲਓ, ਅਸੀਂ ਕਿੱਥੇ ਜਿਹੜਾ ਮੋਰਚਾ ਜਾਂ ਜਿੱਥੇ ਮੋਰਚੇ ਅਸੀਂ ਹਥਿਆਰ ਨਾਲ ਲਾਇਆ ਅਸੀਂ ਫੇਲ ਹੋਏ ਹਾਂ, ਜਿੱਥੇ ਅਸੀਂ ਪਿਆਰ ਨਾਲ ਲਾਇਆ ਅਸੀਂ ਜਿੱਤੇ ਹਾਂ। ਬਾਰ-ਬਾਰ ਸੰਯੁਕਤ ਕਿਸਾਨ ਮੋਰਚੇ ਵਾਲੇ ਕਹਿ ਰਹੇ ਨੇ ਉਸ ਸਟੇਜ ਤੋਂ, ਇਹ ਭਾਈ ਜੇ ਕਿਤੇ ਤੁਸੀਂ ਹਿੰਸਕ ਹੋ ਗਏ ਤੇ ਆਪਣਾ ਮੋਰਚਾ ਖਤਮ ਹੋ ਜਾਣਾ, ਜਾਂ ਆਪਣਾ ਮੋਰਚਾ ਖਤਮ ਹੋ ਜਾਣਾ। ਹੁਣ ਤੱਕ ਜੇ ਸੰਭਾਲਿਆ ਤੇ ਬੜੇ ਤਰੀਕੇ ਤੇ ਸਲੀਕੇ ਨਾਲ ਸੰਭਾਲਿਆ ਉਹਨਾਂ ਨੇ। ਪਰ ਗੱਲ ਇਹ ਆ ਪੱਟੀ ਸਾਹਿਬ ਗੱਲ ਇਹ ਆ ਕਿ ਇਹ ਇਤਿਹਾਸ ਰਿਹਾ ਕਿ ਜਿੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਗਈਆਂ ਨੇ, ਜਾਂ ਜਿੱਥੇ ਵੀ ਸਿੱਖ ਗਏ ਨੇ, ਉੱਥੇ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਗਏ ਨੇ। ਹੁਣ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਮਤਲਬ ਉੱਥਾਂ ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਜਾਂ ਨਹੀਂ, ਬੜਾ ਕੁਝ ਪਹਿਲਾਂ 25-26 ਜਨਵਰੀ ਤੋਂ ਜੋ ਕੁਝ ਆਪਾਂ ਵੇਖਦੇ ਰਹੇ ਹਾਂ, ਬੜਾ ਜਲਾਉ ਸੀਗਾ, ਬੜਾ ਕੁਝ ਹੁੰਦਾ ਸੀ। ਤੁਸੀਂ ਵੀ ਜਾ ਕੇ ਆਏ, ਨਿਹੰਗ ਸਿੰਘ ਗਏ ਨੇ, ਉਹ ਆਪਣਾ ਇਸ਼ਟ ਨਾਲ ਲੈ ਕੇ ਗਏ ਨੇ, ਉਹ ਨਿਤਨੇਮ ਕਰਦੇ ਨੇ ਉੱਥੇ, ਆਪਣਾ ਜੋ ਵੀ ਛਾਉਣੀ ਬਣਾ ਕੇ ਉਹਨਾਂ ਨੇ ਆਪਣੇ ਜਿਹੜਾ ਨਹੀਂ ਉਹ ਕੰਮ ਜਿਹੜਾ ਰਵਾਇਤ ਸ਼ੁਰੂ ਕੀਤੀ ਹੋਈ ਹੈ। ਹੁਣ ਤਰਾਸਦੀ ਇਹ ਹੈ ਕਿ ਇਹ ਨਾ ਤਾਂ ਸਿੱਖਾਂ ਦਾ ਤੇ ਨਾ ਹੀ ਹਿੰਦੂਆਂ ਦਾ ਤੇ ਨਾ ਹੀ ਈਸਾਈਆਂ ਦਾ, ਨਾ ਬੋਧੀਆਂ ਦਾ, ਨਾ ਜੈਨ, ਕਿਸਾਨਾਂ ਦਾ ਮਸਲਾ ਉੱਥੇ ਖੜਾ ਹੋਇਆ ਹੈ ਨਾ। ਤੇ ਕਿਸਾਨ ਹਰ ਵਰਗ ਦੇ ਵਿੱਚੋਂ ਆ, ਹਰ ਧਰਮ ਦੇ ਵਿੱਚੋਂ, ਹਰ ਮਜ਼ਹਬ ਦੇ ਵਿੱਚੋਂ ਆ। ਹੁਣ ਗੱਲ ਇਹ ਹੈ ਕਿ ਜਿਹੜੀ ਇਹ ਘਟਨਾ ਵਾਪਰੀ ਹੈ, ਜਿਵੇਂ ਆਪਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਏ ਤੇ ਕਰਵਾਇਆ ਗਿਆ ਮਸਲਾ ਜਿੱਥੇ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਕਾਲੀ ਕਰ ਗਈਆਂ ਨੇ, ਇਹ ਕਿਹਾ ਜਾ ਸਕਦਾ ਹੈ ਨਾ। ਪਰ ਉਹਨਾਂ ਦਾ ਤਰਕ ਹੈ ਕਿ ਜੀ ਅਸੀਂ ਇਹ 20 ਬੰਦੇ ਸੀ, ਉਹਨਾਂ ਨੇ ਮੰਨਿਆ ਕਿ ਅਸੀਂ 20 ਆ ਤੇ 19 ਜਿਹੜੇ ਨੇ ਹੁਣ ਸੋਚ ਸਮਝ ਕੇ ਆਉਣ। ਉਹਨਾਂ ਦੀ ਮੇਰੀ ਮੈਂ ਸਟੇਟਮੈਂਟ ਉਹਨਾਂ ਦੀ ਮੈਂ ਕੋਟ ਕਰ ਰਿਹਾ, ਆਪਣੇ ਕੋਲੋਂ ਕੋਈ ਨਹੀਂ, ਵੀ ਇਹ ਹੁਣ ਸਿਰ ਤੋਂ ਪਾਣੀ ਲੰਘ ਚੁੱਕਾ। ਤੁਸੀਂ ਉਹਦਾ ਜਵਾਬ ਇਹ ਦਿੱਤਾ ਕਿ ਹੁਣ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਹੈ, ਇੱਥੇ ਕਾਨੂੰਨ ਹੈ। ਉਹ ਉਸ ਵਕਤ ਦਾ ਅੰਗਰੇਜ਼ ਤੋਂ ਪਹਿਲਾਂ ਦਾ ਜਿਹੜਾ ਖਾਲਸਾ ਰਾਜ ਤੋਂ ਪਹਿਲਾਂ ਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਉਸ ਵਕਤ ਜਿਸ ਤਰੀਕੇ ਦੇ ਨਾਲ ਅਗਲਾ ਕੰਮ ਕਰਦਾ ਸੀ ਉਸ ਤਰੀਕੇ ਨਾਲ ਹੀ ਕਰਦਾ ਸੀ। ਅਹਿਮਦ ਸ਼ਾਹ ਅਬਦਾਲੀ
ਆਉਂਦਾ ਸੀਗਾ ਤੇ ਉਹਦਾ ਮੁਕਾਬਲਾ ਉਵੇਂ ਹੀ ਕੀਤਾ ਜਾਂਦਾ ਸੀ। ਜੇ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਕੰਜਰੀ ਨਗਜਾਈ ਤੇ ਉਸ ਵਕਤ ਸਿਰ ਕਲਮ ਕਰਨ ਦਾ ਰਿਵਾਜ ਸੀਗਾ ਤੇ ਲੜਾਈ ਹੁੰਦੀ ਸੀ, ਆਏ ਤੇ ਅਗਲੇ ਸਜ਼ਾ ਦੇ ਕੇ ਚਲ ਗਏ, ਕਿਉਂਕਿ ਉਸ ਵਕਤ ਕੋਈ ਕਿਸੇ ਦੇ ਕਾਨੂੰਨ 'ਚ ਨਹੀਂ ਸੀ ਵੱਜਾ। ਉਹਨਾਂ ਦਾ ਕਾਨੂੰਨ ਉਹਨਾਂ ਨੂੰ ਮੁਬਾਰਕ, ਸਾਡਾ ਕਾਨੂੰਨ ਸਾਨੂੰ ਮੁਬਾਰਕ। ਤੁਹਾਡਾ ਕਾਨੂੰਨ ਜੋ ਕਹਿੰਦਾ ਤੁਸੀਂ ਕਰੋ, ਸਾਡਾ ਕਾਨੂੰਨ ਜੋ ਕਹਿੰਦਾ ਅਸੀਂ ਉਹ ਕਰਨਾ। ਇਦਾਂ ਹੀ ਚੱਲਦਾ ਸੀ ਨਾ ਉਦੋਂ। ਬਿਲਕੁਲ 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 ਇਦਾਂ ਹੀ ਚੱਲਦਾ ਸੀ ਨਾ ਵੀ ਤੁਸੀਂ ਹੁਕਮ ਦਿੱਤਾ ਜਿੱਥੇ ਸਿੱਖ ਲੱਭਦਾ ਮਾਰ ਦਿਓ, ਕਤਲ ਕਰ ਦਿਓ, ਫੜ ਕੇ ਲੈ ਕੇ ਆਓ, ਅਸੀਂ ਤੁਹਾਨੂੰ ਨਾਮ ਦੇਵਾਂਗੇ। ਉਹ ਕਹਿੰਦੇ ਵੀ ਠੀਕ ਆ, ਤੇ ਜਿੱਥੇ ਸਾਡਾ ਵਾਰ ਚੱਲਦਾ ਫਿਰ ਅਸੀਂ ਤੁਹਾਨੂੰ ਆਪਣੇ ਤਰੀਕੇ ਨਾਲ ਸਾਡੇ ਕਾਨੂੰਨ ਦੇ ਮੁਤਾਬਕ ਸਜ਼ਾ ਦੇਵਾਂਗੇ। ਉਹ ਦਿੰਦੇ ਵੀ ਰਹੇ ਤੇ ਮਜ਼ਾਕ, ਉਸ ਮੌਤ ਨੂੰ ਮਜ਼ਾਕਾਂ ਕਰਦੇ ਰਹੇ। ਤੇ ਉਸਨੇ ਜਿਹਨੇ ਢੰਡੋਰਾ ਪਟਾਤਾ ਸੀ ਉਹਨੂੰ ਚਿੱਠੀ ਲੈ ਕੇ ਭਾਬੂ ਵੀ ਕਹਿੰਦੇ ਰਹੇ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ। ਹਾਂਜੀ, ਸੋ ਅੱਜ ਅਸੀਂ ਵਰਲਡ ਵਾਈਡ ਜਿੱਥੇ ਜੀ ਰਹੇ ਹਾਂ ਉੱਥੇ ਦਸਤਾਰ ਨੂੰ ਟਾਰਗੇਟ ਕੀਤਾ ਜਾ ਰਿਹਾ, ਬਾਕੀ ਸਾਰੀਆਂ ਗੱਲਾਂ ਭੁੱਲੀਆਂ ਜਾ ਰਹੀਆਂ ਨੇ। ਮੇਰੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਂ ਕੀ ਜੀ? ਪੱਟੀ ਸਾਹਿਬ, ਮੈਨੂੰ ਇਹ ਦੱਸੋ ਕਿ ਵੀ ਜਿੰਨੇ ਵੀ ਬੇਅਦਬੀ ਵਾਲੇ ਫੜੇ ਗਏ ਨੇ ਅੱਜ ਤੱਕ, ਜਿੰਨੇ ਵੀ ਅੱਜ ਤੋਂ 5-6 ਸਾਲਾਂ ਦੇ ਵਿੱਚ ਕਹ ਲਓ ਬੇਅਦਬੀ ਦੇ ਮਾਮਲੇ ਵਧੇ ਨੇ, ਜਿੰਨੇ ਵੀ ਫੜੇ ਗਏ ਨੇ ਅੱਜ ਤੱਕ ਕਿਸੇ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਪ੍ਰੋਪਰਲੀ ਹੋ ਸਕੀ ਹੈ ਜਾਂ ਨਹੀਂ? ਜੀ, ਜੇ ਹੋਈ ਹੈ ਤੇ ਉਹਦਾ ਦੱਸ ਦਿਓ ਕਿ ਵੀ ਉਹਦਾ ਕੀ ਬਣਿਆ। ਉਹਦੇ ਜਾਂ ਤਾਂ ਕਹਿ ਦਿੰਦੇ ਨੇ ਕਿ ਵੀ ਇਹ ਜੀ ਮੰਦਬੁੱਧੀ ਕਿਉਂ ਪੈਦਲ ਹੋ ਗਿਆ ਸੀਗਾ ਜੀ, ਆਪਣਾ ਇੰਨੇ ਉਹ ਕਰ ਲਈ, ਉਹਨੂੰ ਬਚਾ ਕੇ ਸਾਈਡ ਤੇ ਰੱਖ ਦਿੱਤਾ ਜਾਂਦਾ। ਠੀਕ ਹੈ, ਜੇ ਉਹਨਾਂ ਨੇ ਇਹ ਕੀਤਾ ਆ, ਇੱਕ ਗੱਲੋਂ ਠੀਕ ਵੀ ਕੀਤਾ, ਇੱਕ ਗੱਲੋਂ ਗਲਤ ਵੀ ਕੀਤਾ। ਜੇ ਕਾਨੂੰਨ ਦੇ ਹਿਸਾਬ ਸਿਰ ਦੇਖੀਏ ਤਾਂ ਠੀਕ ਹੈ, ਗਲਤ ਕੀਤਾ, ਪਰ ਜੇ ਕਾਨੂੰਨ ਆਪਣਾ ਕੰਮ ਨਹੀਂ ਕਰ ਰਿਹਾ ਪ੍ਰੋਪਰਲੀ ਤੇ ਫਿਰ ਉਹਦੇ ਉੱਤੇ ਦੱਸੋ ਕਿ ਵੀ ਕਿੰਨੀ ਦੇਰ ਤੱਕ ਬੇਅਦਬੀਆਂ ਸਹੀਆਂ ਜਾਣਗੀਆਂ। ਜੀ, ਮਿਹਰਬਾਨੀ ਜਨਾਬ। ਉਹ ਫੜ ਲੈਣ, ਉਹਦੇ ਬਾਅਦ ਉਹ ਬੰਦੇ ਨੂੰ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ। ਵੀ ਮਿਹਰਬਾਨੀ। ਪੀੜਾ ਸਾਹਿਬ ਦੇ ਉੱਤੇ ਜਾ ਕੇ ਬੈਠਣ ਵਾਲਾ ਜਿਹੜਾ ਵਾ ਉਹ ਦੰਦਰਾਉਂਦਾ ਫਿਰਦਾ, ਉੱਥੇ ਦੇਖੋ ਤੁਸੀਂ, ਨੀਮ ਪਾਗਲ। ਵੀਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਆ। ਸ਼ੁਕਰ ਕਰੋ ਉਹ ਤੁਹਾਡਾ ਸਿੱਖ ਭਾਈਚਾਰੇ ਦੇ ਵਿੱਚ ਮੁੰਡਾ ਹੈਗਾ। ਜੇ ਕਿਤੇ ਹਿੰਦੂ ਭਾਈਚਾਰੇ 'ਚ ਹੁੰਦਾ ਤੇ ਹੁਣ ਨੂੰ ਉੱਥੇ ਕਈ ਕੁਝ ਹੋ ਜਾਂਦਾ। ਤੁਹਾਡੀ ਗੱਲ ਬਿਲਕੁਲ ਠੀਕ ਆ। ਬੇਅਦਬੀ ਵਾਲਿਆਂ ਨੂੰ ਕਿੰਨਿਆਂ ਨੂੰ ਸਜ਼ਾ ਹੋਈ ਹੈ? ਸਜ਼ਾ ਕੁਛ ਨੂੰ ਹੋਈ ਹੈ ਜਿਨ੍ਹਾਂ ਦੀ ਪੈਰਵਾਈ ਕੀਤੀ ਗਈ ਹੈ। ਪੈਰਵਾਈ ਕਰਨ ਵਾਲੇ ਕੌਣ ਨੇ? ਉਹ ਪੰਥਕ ਜਥੇਬੰਦੀਆਂ ਕਰਦੀਆਂ। ਸ਼੍ਰੋਮਣੀ ਕਮੇਟੀ ਘੂਕ ਸੁੱਤੀ ਪਈ ਹੈ, ਕਦੀ ਵੀ ਕਿਸੇ ਕੇਸ ਦੀ ਪੈਰਵਾਈ ਨਹੀਂ ਕੀਤੀ। ਉਹਨਾਂ ਨੂੰ ਸਿਰਫ ਗੋਲ ਗਿਣ ਤੇ ਲਾ ਦਿਓ, ਗੋਲ ਗਿਣਨੀ ਆਈ। ਉਹ ਸਿਰਫ ਕਬਜ਼ਿਆਂ ਦੀ ਪੈਰਵਾਈ ਕਰਦੇ। ਕਬਜ਼ੇ ਕਿਵੇਂ ਕਰਨੇ ਅਸੀਂ? ਖੰਨਾ ਚਮਾਰਾ ਦੇ ਵਿੱਚ ਜਿਹੜੇ ਦੋ ਵਿਚਾਰੇ ਭਰਾ ਸ਼੍ਰੋਮਣੀ ਕਮੇਟੀ ਦੀ ਕਿੱਲਾ ਜ਼ਮੀਨ ਦਾ ਠੇਕਾ ਦੇ ਕੇ ਵਾਹ ਕੇ ਤੇ ਆਪਣਾ ਗੁਜ਼ਾਰਾ ਕਰਦੇ ਸੀ, ਗੋਲੀਆਂ ਮਾਰ ਕੇ ਮਾਰਦੇ ਸੀ 2 ਕਿੱਲੇ ਦੇ ਕਬਜ਼ੇ ਕਰਨ ਵਾਸਤੇ। ਇਹਨਾਂ ਨੇ ਅਕਾਲੀ ਸਰਕਾਰ ਸੀ, 18 ਬੰਦਿਆਂ ਦੇ ਪਰਚਾ ਕੀਤਾ ਸੀਗਾ। ਤੇ ਜੇ ਉਹਦੀ ਕਾਂਗਰਸ ਸਰਕਾਰ ਤੇ ਪਿੱਟ ਕੇ ਨੀਲ ਹੋ ਜਾਣਾ ਇਹਨਾਂ ਨੇ, ਸਾਡੇ ਝੂਠੇ ਪਰਚੇ ਕੀਤੇ। ਮੁੜ ਕੇ ਇਹਨਾਂ ਮਿਲ ਕਰਾ ਕੇ 4 ਬੰਦਿਆਂ ਤੇ ਰਹਿ ਗਿਆ ਸੀ, 3 ਕਿ 4 ਬੰਦੇ, ਬਾਕੀ ਸਾਰੇ ਬੰਦੇ ਕਢਾ ਲਏ ਸੀ ਇਹਨਾਂ ਨੇ ਉਹਦੇ ਵਿੱਚੋਂ। ਇਸ ਕਰਕੇ ਜੇ ਕਿਤੇ ਉਹਨਾਂ ਕੇਸਾਂ ਦੀ ਸਹੀ ਪੈਰਵੀ ਅਸੀਂ ਆਪਣੀ ਵਕੀਲ ਕਰਕੇ ਕਰੀਏ ਤੇ ਕਿਉਂ ਨਾ ਸਜ਼ਾ ਹੋਊਗੀ ਉਹਨਾਂ ਨੂੰ। ਜੀ, ਜਦੋਂ ਅਸੀਂ ਬੰਦਾ ਫੜ ਕੇ ਪੁਲਿਸ ਕੇ ਭੁੱਲ ਜਾਣਾ ਅਸੀਂ ਵੀ ਬੰਦਾ ਫੜ ਦਿੱਤਾ ਸੀ ਅਸੀਂ। ਇਸ ਕਰਕੇ ਉਹਨਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ। ਜੇ ਪੈਰਵਾਈ ਕੀਤੀ ਜਾਵੇ ਤੇ ਸਜ਼ਾ 295 ਇੱਕ ਸਖਤ ਧਾਰਾ ਬਣਾ ਦਿੱਤੀ ਇਹਨਾਂ ਨੇ। ਉਹ ਵੀ ਤੁਹਾਡੀ ਬਦੌਲਤ। ਤੁਸੀਂ ਵਿਦੇਸ਼ਾਂ 'ਚ ਵੀਰ ਬੈਠੇ ਜਿੰਨਾ ਸਾਡਾ ਫਿਕਰ ਕਰਦੇ ਹੋ ਨਾ, ਅਸੀਂ ਆਪਣਾ ਫਿਕਰ ਨਹੀਂ ਕਰਦੇ ਇੱਥੇ। ਇਸ ਕਰਕੇ ਵੀਰ ਜੀ, ਜਿਹਦੀ ਪੈਰਵੀ ਹੋਈ ਆ ਉਹਦੇ 'ਚ ਉਹਨਾਂ ਨੂੰ ਸਜ਼ਾ ਹੋਈਆਂ, ਜਿਹਦੀ ਪੈਰਵੀ ਨਹੀਂ ਹੋਈ ਉਹ 'ਚੋਂ ਬਰੀ ਹੋਏ ਨੇ। ਅੰਮ੍ਰਿਤਸਰ ਦੇ ਪੀੜਾ ਸਾਹਿਬ ਦੇ ਕੇਸ ਦੀ ਪੁੱਛੋ ਸ਼੍ਰੋਮਣੀ ਕਮੇਟੀ ਤੋਂ ਕਿੰਨੀ ਕੁ ਪੈਰਵੀ ਕੀਤੀ ਉਹਨਾਂ ਨੇ। ਬਸ ਇੱਥੇ ਜਾ ਕੇ ਸਵਾਲ ਪੈਦਾ ਹੁੰਦਾ ਨਾ ਵੀ ਕਿੰਨੀ ਕੁ ਪੈਰਵਾਈ ਕੀਤੀ ਤੁਸੀਂ। ਹਾਂਜੀ, ਦੱਸੋ। ਬਸ ਉਸ ਕਰਕੇ ਫਿਰ ਉਹ ਭਰੇ ਪੀਤੇ ਨੇ। ਚਲੋ ਕੋਈ ਜੋ ਕੁਝ ਵੀ ਉੱਥੇ ਹੋਇਆ ਉਹਦੀ ਆਪਾਂ ਗੱਲਬਾਤ ਕਰ ਰਹੇ ਆਪਾਂ। ਨਹੀਂ, ਬਿਲਕੁਲ ਅਸੀਂ ਇੱਕ ਗੱਲ ਦੀ ਕਹਿੰਦੇ ਵੀ ਜੋ ਹੋਇਆ, ਵੇਖੋ ਨਿਹੰਗ ਜਥੇਬੰਦੀਆਂ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਆ, ਲੇਕਿਨ ਸਾਨੂੰ ਕਾਨੂੰਨ 'ਚ ਬੰਦੇ ਕਾਨੂੰਨ 'ਚ ਰਹਿ ਕੇ ਜੇ ਅਸੀਂ ਆਪਣੀ ਕਾਰਵਾਈ ਕਰਾਂਗੇ ਤਾਂ ਉਹਦੇ ਸਾਨੂੰ ਹੋਰ ਕਈ ਫਾਇਦੇ ਹੋਣਗੇ। ਵੈਸੇ ਪੱਟੀ ਸਾਹਿਬ, ਉਹਨੂੰ 4 ਦਿਨ ਤੁਸੀਂ ਪੱਟੀ ਸਾਹਿਬ ਇਹ ਇਸ ਕਰਕੇ ਆ ਕਿ ਇੱਕ ਵਿਲੱਖਣ ਕੌਮ ਆ, ਸਿਰ ਤੇ ਦਸਤਾਰ ਹੈ, ਰਾਜ ਭਾਗ ਕੋਈ ਨਹੀਂ ਆ, ਮਾਂ ਮਿੱਟਰ ਹੋਈ ਫਿਰਦੀ ਆ, ਹਨਾ। ਕੱਲ ਤੱਕ ਤਾਲਿਬਾਨ ਨੂੰ ਅੱਤਵਾਦੀ ਕਹਿੰਦੇ ਸੀ, ਇੱਕ ਦਬਕਾ ਮਾਰਿਆ ਲੜਾਕੇ ਆ ਗਏ, ਭਾਰਤ ਦਾ ਮੀਡੀਆ ਲੜਾਕਾ ਲਿਖਣ ਲੱਗ ਪਿਆ। ਜਦੋਂ
ਖਾੜਕੂਆਂ ਦਾ ਥੋੜਾ ਜਿਹਾ ਜੁੱਤੀ ਦਾ ਜ਼ੋਰ ਸੀਗਾ, ਅੱਤਵਾਦੀ ਕਹਿੰਦੇ ਸੁਣ ਗਏ ਜੇ ਖਾੜਕੂ ਨਾ ਲਿਖਿਆ ਤੇ ਆਪਣਾ ਭਲਾ ਸਵਾਰ ਲਓ, ਤੇ ਖਾੜਕੂ ਲਿਖਣ ਲੱਗ ਪਏ। ਦੁਨੀਆ ਵੀ ਥੋੜੀ ਜਿਹੀ ਜੁੱਤੀ ਦੀ ਯਾਰ ਹੀ ਆ ਵੈਸੇ, ਸੌਰੀ ਟੂ ਸੇ, ਮੈਂ ਬੋਲਣਾ ਨਹੀਂ ਚਾਹੁੰਦਾ ਸਖਤ। ਜਿੰਨਾ ਨੀਵਾ ਹੋਈ ਚਲੋਗੇ ਉਹਨਾਂ ਤੁਹਾਨੂੰ ਛੁੱਤੀਆਂ ਹੋਰ ਵੱਜਦੀਆਂ ਨੇ। ਚੈਲੰਜ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹੋ ਗਈ ਬੇਅਦਬੀ, ਅਜੇ ਤੱਕ 6 ਸਾਲ ਹੋ ਗਏ, 7 ਹੋ ਗਏ, ਹੁਣ 7ਵਾਂ ਲੱਗ ਗਿਆ ਹਨਾ ਜੀ ਜੀ। ਜ਼ਖਮਾਂ ਦੇ ਉੱਤੇ ਲੂਣ ਛਿੜਕੀ ਜਾਂਦੇ ਸਾਡੇ ਲੀਡਰ। ਬਿਲਕੁਲ ਤੁਹਾਡੀ ਠੀਕ ਗੱਲ ਆ ਜੀ, ਬਿਲਕੁਲ ਤੁਸੀਂ ਠੀਕ ਕਿਹਾ ਵਾ। ਕਾਨੂੰਨ ਠੀਕ ਹੈ, ਕਾਨੂੰਨ ਨੂੰ ਹੱਥਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ। ਕੁਤਾਹੀ ਹੋ ਗਈ ਆ। ਉਹਦੀ ਵੀਡੀਓ ਬਣਾਉਂਦੇ, ਚਾਹੇ ਉਹ ਸਿੱਖਾਂ ਦਾ ਪੁੱਤ ਸੀ ਚਾਹੇ ਨਹੀਂ ਸੀ, ਚਾਹੇ ਕਿਸੇ ਵੀ ਕਮਿਊਨਿਟੀ ਨਾਲ ਰਿਲੇਟਡ ਹੁੰਦਾ, ਇੱਥੇ ਕੋਈ ਡਰਨ ਵਾਲੀ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੋਈ ਨਹੀਂ ਹੈਗਾ। ਜਿਹੜੇ ਕਹਿੰਦੇ 9 ਮਾਸ ਦਾ ਰਿਸ਼ਤਾ, ਫਿਰ ਉੱਥੇ 9 ਮਾਸ ਦੇ ਰਿਸ਼ਤੇ ਦਾ ਸਵਾਲ ਆ ਜਾਵੇ। ਜਿਹੜੇ ਕਹਿੰਦੇ ਸਾਡੇ ਵਿੱਚੋਂ, ਫਿਰ ਉੱਥੇ ਉਹ ਸਵਾਲ ਆ ਜਾਵੇ ਕਿ ਕੀ ਇਹ ਨੇ ਜਾਣ ਬੁੱਝ ਕੇ ਨਿਹੰਗ ਬਾਣਾ ਪਾ ਕੇ, ਡਜ਼ਨ ਮੈਟਰ ਸਿੱਖਾਂ ਦੇ ਘਰ ਜੰਮਿਆ ਹੋਇਆ, ਕਿ ਉਹ ਸਿਰਸੇਵਾਲ ਦਾ ਚੇਲਾ ਨਹੀਂ? ਸਿੱਖਾਂ ਦੇ ਘਰ ਜੰਮਿਆ ਹੀ ਆ। ਕੱਲ ਜਿਹਨੇ ਇੱਕ ਵੀਡੀਓ ਪਾਈ ਆ ਕਿ ਚਰਚ ਸਭ ਤੋਂ ਉੱਤੇ ਪਵਿੱਤਰ ਹੈ ਜੀ, ਉਹ ਸਿੱਖਾਂ ਦੇ ਘਰ ਹੀ ਜੰਮਿਆ ਨਾ। ਸਿੱਖਾਂ ਦੇ ਘਰ ਜੰਮੇ ਹੋਏ ਡੇਰਿਆਂ ਦੇ ਜਾ ਕੇ ਮੱਥੇ ਨਹੀਂ ਰਗੜਦੇ? ਸਿੱਖਾਂ ਦੇ ਘਰ ਜੰਮੇ ਹੋਏ ਗਾਤਰਾ ਪਾ ਕੇ ਤੇ ਉੱਥੇ ਮੌਲੀਆਂ ਨਹੀਂ ਬਣਾਉਂਦੇ, ਮੱਥੇ ਨਹੀਂ ਟੇਕਦੇ? ਅੰਦਰੋਂ ਵੀ ਸਿੱਖ ਹੋਣਾ ਬੜਾ ਜ਼ਰੂਰੀ ਆ ਨਾ। ਗੱਲ ਤੇ ਵੀ ਨਿਸ਼ਾਨੇ ਤੇ ਆ ਗਈ ਦਸਤਾਰ। ਤੁਸੀਂ ਮੇਰੇ ਨਾਲ ਸਵਾਦ ਨੂੰ ਜਿਪਸ਼ਨ ਲੈ ਕੇ, ਹਾਂ, ਮੈਂ ਤੁਹਾਨੂੰ ਇੰਨੀ ਗੱਲ ਨਹੀਂ ਕਹੀ ਕਿ ਸਿੱਖਾਂ ਦੇ ਜਿਹੜੇ ਸਾਡੇ ਕੁਰੀਤੀਆਂ ਨਹੀਂ ਹੈਗੀਆਂ, ਬਹੁਤ ਕੁਰੀਤੀਆਂ ਸਾਡੇ ਤੇ ਹੈਗੀਆਂ। ਮੈਂ ਕਹਿੰਦਾ ਜੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਮੈਂ ਨਹੀਂ, ਤੁਹਾਡਾ ਸਵਾਲ ਹੀ ਪੱਟੀ ਸਾਹਿਬ ਦੂਜੇ ਪਾਸੇ ਲੈ ਗਿਆ ਮੈਂ। ਨਾ ਪੱਟੀ ਸਾਹਿਬ ਇੱਕ ਮਿੰਟ, ਪੱਟੀ ਸਾਹਿਬ ਇੱਕ ਮਿੰਟ, ਮੈਂ ਦਾੜਾ ਰੱਖਿਆ, ਮੇਰੇ ਚ 100 ਕੁਰੀਤੀ ਹੋਣਗੀਆਂ। ਪੱਟੀ ਸਾਹਿਬ ਇੱਕ ਮਿੰਟ, ਮੈਟੀ ਸਾਹਿਬ ਮੈਂ ਇਹ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਕਿ ਜੇ ਤੁਸੀਂ ਕਿਹਾ ਨਾ ਵੀ ਸ਼ੁਕਰ ਕਰੋ ਸਿੱਖਾਂ ਦਾ ਜਾਂ ਵੀ ਦੂਜੀ ਕਮਿਊਨਿਟੀ ਦਾ ਹੁੰਦਾ, ਤੇ ਦੂਜੀ ਕਮਿਊਨਿਟੀ ਵਾਲਿਆਂ ਨੂੰ ਹੱਕ ਹੈ, ਕੋਈ ਦੂਜੀ ਕਮਿਊਨਿਟੀ ਦਾ ਹੁੰਦਾ ਕਿ ਆ ਕੇ ਜੋ ਵੀ ਉਹਨਾਂ ਦਾ ਇਸ਼ਟਾ ਉਹਦੀ ਬੇਅਦਬੀ ਕਰੇ, ਕਿਸੇ ਨੂੰ ਹੱਕ ਹੈ ਵੀ ਦੂਜੇ ਦਾ ਭੇਸ ਬਦਲ ਕੇ ਦੂਜੇ ਦੇ ਬਾਣੇ ਦੇ ਵਿੱਚ ਆ ਕੇ ਤੁਸੀਂ ਉੱਥੇ ਕਰਤੂਤਾਂ ਕਰੋ? ਹੱਕ ਹੈ ਨਹੀਂ। ਇਹ ਤਾਂ ਫਿਰ ਉਸ ਭਾਈਚਾਰੇ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਸਾਡੇ ਭਾਈਚਾਰੇ ਦੇ ਵਿੱਚ ਜਾ ਕੇ ਦੂਜੇ ਦੇ ਭਾਈਚਾਰੇ ਦੇ ਵਿੱਚ ਕਿਉਂ ਉਹ ਜਿਹੜਾ ਉਹਦੀ ਬੇਅਦਬੀ ਕਰਦਾ। ਇਹ ਵੀ ਸੋਚਣਾ ਚਾਹੀਦਾ ਹੈ, ਸੋਚਣ ਵਾਲੇ। ਚਾਵਲਾ ਸਾਹਿਬ, ਗੱਲ ਮੇਰਾ ਕਹਿਣ ਤੋਂ ਭਾਵ ਵੀ ਉਹਨਾਂ ਨੂੰ ਇੱਕ ਤੁਹਾਡੇ ਤੇ ਹਮਲਾ ਕਰਨ ਦਾ ਮੌਕਾ ਮਿਲ ਜਾਣਾ ਸੀ। ਵੇਖੋ ਜੀ, ਸਾਡੇ ਬੰਦੇ ਮਾਰਤਾ ਇਹਨਾਂ ਨੇ, ਇਹ ਨਜਾਇਜ਼ ਸੀ। ਬਿਲਕੁਲ ਬਿਲਕੁਲ, ਸਾਡੇ ਕੋਲ ਕੋਈ ਸਬੂਤ ਨਹੀਂ ਦੋਸ਼ੀ ਹੁੰਦਾ ਉਹਦੇ। ਚਲੋ ਅਗਲੀ ਕਾਲ ਲੈ ਲੈਣੇ ਆਪਾਂ, ਇੱਕ ਮੌਕਾ ਮਿਲ ਜਾਣਾ ਸੀ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਚੱਲਾਂਗੇ ਓਵਰ ਟਾਈਮ ਅੱਧਾ ਘੰਟਾ, ਕੋਈ ਚਿੰਤਾ ਦੀ ਗੱਲ ਨਹੀਂ, ਸੁਣਦੇ ਰਹਿਣਾ। ਹਾਂਜੀ, ਥੈਂਕ ਯੂ। ਅੱਛਾ ਜੀ, ਮੈਂ ਆਪਣੇ ਪੱਟੀ ਸਾਹਿਬ ਤੇ ਚਾਵਲਾ ਸਾਹਿਬ, ਤੁਹਾਨੂੰ ਦੋਨਾਂ ਵੀਰਾਂ ਨੂੰ ਕਾਮਨ ਕੁਐਸਚਨ ਹੈਗਾ ਕਿ ਤੁਸੀਂ ਇਹ ਦੇਖੋ ਕਿ ਦੁਨੀਆ ਦੇ ਵਿੱਚ ਅੱਜ ਤੱਕ ਕੋਈ ਵੀ, ਮੈਨੂੰ ਇੱਕ ਵੀ ਸੰਘਰਸ਼ ਦੱਸ ਦਿਓ ਜਿਹੜਾ ਵੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨਿਰੋਲ ਜਿੱਤਿਆ ਗਿਆ ਹੋਵੇ। ਠੀਕ ਹੈ, ਜੇਕਰ ਨੈਲਸਨ ਮੰਡੇਲਾ 29 ਸਾਲ ਜੇਲ੍ਹ ਦੇ ਵਿੱਚ ਬੈਠਾ ਰਿਹਾ ਸੀ, ਦੂਜੇ ਪਾਸੇ ਖਾੜਕੂ ਧਿਰ ਸੀ ਜਿਹੜੀ ਉਹਨਾਂ ਨੂੰ ਮਜਬੂਰ ਕਰ ਰਹੀ ਸੀ ਕਿ ਆਓ ਸਾਡੇ ਨਾਲ ਬੈਠ ਕੇ ਤੇ ਗੱਲ ਕਰੋ, ਤੇ ਉਹਨਾਂ ਨੇ ਜਦੋਂ ਫਿਰ ਜਿਹੜੀ ਰਾਜਕਰਤਾ ਜਿਹੜੀ ਹੁੰਦੀ ਨਾ, ਸਟੇਟ ਗਵਰਨਮੈਂਟ ਹੁੰਦੀ ਹੈ, ਉਹ ਫਿਰ ਮਜਬੂਰ ਹੋ ਜਾਂਦੀ ਗੱਲ ਕਰਨ ਵਾਸਤੇ, ਪਰ ਉਹ ਜਾਂਦੀ ਹੋਈ ਉਹ ਜਿਹੜੇ ਸ਼ਾਂਤੀਪੂਰਵਕ ਲੋਕ ਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਦੁਖੀ ਨਹੀਂ ਕੀਤਾ ਹੁੰਦਾ, ਉਹਨਾਂ ਦੇ ਝੋਲੀ ਵਿੱਚ ਹੀ ਸਾਰਾ ਕੁਝ ਸੁੱਟ ਕੇ ਜਾਂਦੇ ਨੇ। ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਹੋਇਆ ਸੀ, ਆਜ਼ਾਦੀ ਜਾਂਦੇ ਹੋਏ ਇਹਨਾਂ ਦੇ ਨਹਿਰੂ ਉਹਨਾਂ ਦੀ ਝੋਲੀ ਦੇ ਵਿੱਚ ਪਾ ਕੇ ਤੇ ਮਹਾਤਮਾ ਗਾਂਧੀ ਉਹਨਾਂ ਦੇ, ਕਿਉਂਕਿ ਆਜ਼ਾਦੀ ਇਹਨਾਂ ਦੇ ਕਰਕੇ ਨਹੀਂ ਸੀ ਮਿਲੀ, ਆਜ਼ਾਦੀ ਸ਼ਹੀਦ ਭਗਤ ਸਿੰਘ ਨੇ, ਕਰਤਾਰ ਸਿੰਘ ਸਰਾਭਾ ਨੇ, ਰਾਜਗੁਰੂ ਸੁਖਦੇਵ ਤੇ ਮਦਨ ਲਾਲ ਢੀਂਗਰੇ ਉਹਨਾਂ ਦੇ ਕਰਕੇ ਮਿਲੀ ਸੀ, ਜਿਨ੍ਹਾਂ ਨੇ ਕਿ ਉਹਨਾਂ ਨੂੰ ਮਜਬੂਰ ਕਰ ਦਿੱਤਾ ਸੀ। ਅਨੇਕਾਂ ਹੋਰ ਜੋ ਕਾਣੇਵਾੜੀ, ਅਨੇਕਾਂ ਹੋਰ। ਬੱਬਰ ਲਹਿਰ ਨੂੰ ਭੁੱਲ ਗਏ ਤੁਸੀਂ? ਅੱਜ ਦੁਸਹਿਰੇ ਦਾ ਦਿਨ ਹੈ। ਬੱਬਰਾਂ ਦੀ ਸਭ ਤੋਂ ਵੱਡੇ ਟੋਡੀ ਅੱਜ ਦੇ ਦਿਨ ਮਾਰੇ ਸੀ ਉੱਥੇ ਤੁਹਾਡੇ ਮਹਿਲਪੁਰ ਦੇ ਏਰੀਏ ਦੇ ਵਿੱਚ ਜਾ ਕੇ, ਵੱਡੇ ਟੋਡੀ ਜਿਹੜੇ ਸੀ ਅੱਜ ਦੇ ਦਿਨ ਵੀ ਸੋਧੇ ਗਏ ਸੀਗੇ। ਉਹ ਚਾਵਲਾ ਸਾਹਿਬ, ਅਗਲੀ ਗੱਲ ਤਾਂ ਮੈਂ ਆਉਣਾ ਵੀ ਹੁਣ ਜੇ ਪੱਟੀ ਸਾਹਿਬ ਤੁਸੀਂ ਇਹ ਕਹਿੰਦੇ ਹੋ ਵੀ ਉਹਨਾਂ ਨੂੰ ਕਾਨੂੰਨ ਦੇ ਹਵਾਲੇ ਕਰਦੇ ਜਾਂ ਕਿੱਦਾਂ ਵੀ, ਕਾਨੂੰਨ ਅੱਜ ਉਹ ਤੁਸੀਂ ਕਹਿੰਦੇ ਅਬਦਾਲੀ ਦਾ ਟਾਈਮ ਨਹੀਂ ਹੈਗਾ ਸੀ, ਉਦਾਂ ਨਹੀਂ ਨਜਿੱਠ ਸਕਦੇ। ਉਹ ਪਤਾ ਕੀ ਹੋ ਕੀ ਗਿਆ ਜੀ, ਤੁਹਾਨੂੰ ਮੈਂ ਦੱਸਦਾ ਵੀ ਸਿੱਖ ਜਿਹੜਾ ਨਾ ਉਹ ਆਪਣੇ ਅਕੀਦੇ ਦੇ ਉੱਤੇ ਪੱਕਾ ਨਹੀਂ ਰਿਹਾ ਹੈਗਾ। ਸਿੱਖ ਜਿਹੜਾ ਹੈਗਾ ਉਹ ਕਰਮ ਦੇ ਨਾਲ ਹੈ, ਨਾ ਕਿ ਜਨਮ ਦੇ ਨਾਲ ਹੈ। ਠੀਕ ਹੈ, ਜਿਹੜਾ ਬੰਦਾ ਸਿੱਖੀ ਦੇ ਅਸੂਲਾਂ ਤੇ ਖਲੋਂਦਾ ਉਹਨੂੰ ਉਹ ਸਿੱਖ ਹੈਗਾ। ਠੀਕ ਹੈ ਨਾ ਗੱਲ, ਜਨਮ ਕਰਕੇ ਸਿੱਖ ਨਹੀਂ ਹੈਗਾ। ਠੀਕ ਹੈ, ਨੰਬਰ 2 ਤੇ ਗੱਲ ਇਹ ਵੀ ਜਿਵੇਂ ਚਾਵਲਾ ਸਾਹਿਬ ਨੇ ਕਿਹਾ ਵੀ ਉਹ ਵੀ ਤਾਂ ਮਤਲਬ ਕਿ ਬੰਦੇ ਕੇਸਦਾੜੀਆਂ ਰੱਖ ਕੇ ਤੇ ਕੁਰਬਾਨਾ ਪਾ ਕੇ ਆਹ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਤੁਸੀਂ ਸਿੱਖ ਨਹੀਂ ਗਿਣ ਸਕਦੇ। ਫਿਰ ਅਗਲੀ ਗੱਲ ਇਹ ਹੈ ਜੀ ਕਿ ਤੁਸੀਂ ਇਹ ਦੱਸ ਦਿਓ ਮੈਨੂੰ ਵੀ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਜਿੰਨੀਆਂ ਵਧੀਕੀਆਂ ਹੋਈਆਂ ਨੇ, ਕਿਤੇ ਗੋਂਗਲੂਆਂ ਦੀ ਮਿੱਟੀ ਝਾੜਨ ਵਾਸਤੇ ਕਿਤੇ ਮਾੜਾ ਮੋਟਾ ਇਨਸਾਫ ਮਿਲ ਗਿਆ? ਕਿ ਤੁਸੀਂ ਦੱਸੋ ਮੈਨੂੰ ਵੀ ਹਿੰਦੁਸਤਾਨ ਦੇ ਕਾਨੂੰਨ ਨੇ ਕਿੱਥੇ ਇਹਨਾਂ ਨੂੰ ਇਨਸਾਫ ਦਿੱਤਾ? ਠੀਕ ਹੈ ਨਾ ਗੱਲ। ਜੇ ਨਵੰਬਰ ਦੇ ਵਿੱਚ ਤਕਰੀਬਨ 14,000 ਬੰਦਾ ਜਿਹੜਾ ਸੀਗਾ ਵੀ ਨਜਾਇਜ਼ ਹੀ ਮਾਰ ਦਿੱਤਾ ਗਿਆ, ਵੀ ਜੇ ਇੱਕ ਸਿੱਖ ਨੇ ਮਾਰਿਆ ਤੇ ਸਾਰੀ ਕੌਮ ਨੂੰ ਸਜ਼ਾ, ਤੇ ਜੇ ਨਥੂ ਰਾਮ ਗੋਡਸੇ ਮਾਰੇ ਤੇ ਕਿਸੇ ਨੂੰ ਕੋਈ ਪਤਾ ਨਹੀਂ ਹਿਲਦਾ।
ਤੇ ਜੇ ਆਪਣੀ ਕਿਹੜੀ ਰਾਮਧੇਨੂ ਜਿਹੜੀ ਸੀ ਵੀ ਰਾਜੀਵ ਗਾਂਧੀ ਨੂੰ ਮਾਰ ਦਿੰਦੀ ਤੇ ਉਹ ਕਿਸੇ ਤਾਮਿਲ ਨੂੰ ਕਿਤੇ ਇੱਕ ਮਤਲਬ ਕਿ ਫੁੱਲਣੀ ਵੀ ਨਹੀਂ ਲਾਈ ਜਾਂਦੀ ਤੇ ਸਿਰਫ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਤੇ ਇੱਧਰ ਸਾਡਾ 14,000 ਮਾਰ ਕੇ ਤੇ ਮੁੜ ਕੇ ਕਹਿਤਾ ਜਾਂਦਾ ਵੀ ਧਰਤੀ ਵੱਡੀ ਜਦੋਂ ਬਿਰਖ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ, ਠੀਕ ਹੈ ਨਾ। ਅੱਗੋਂ ਫਿਰ ਇਹ ਜਵਾਬ ਦਿੱਤੇ ਜਾਂਦੇ ਆ। ਫਿਰ ਇਹ ਤੁਸੀਂ ਇਸ ਗੱਲ ਦਾ ਦੱਸੋ ਵੀ ਜਦੋਂ ਤੰਗ ਆਮਦ ਦੇ ਸਵਾਲ ਛੋਟਾ ਕਰ ਲਈਏ ਥੋੜਾ ਜਿਹਾ। ਧੰਨਵਾਦ। ਤੁਹਾਡਾ ਸਵਾਲ ਆ ਗਿਆ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਜੀ, ਤੁਸੀਂ ਆਪਣੇ ਸਵਾਲ ਦਾ ਆਪੇ ਜਵਾਬ ਦੇ ਦਿੱਤਾ। ਨਹੀਂ ਫਿਰ ਇਹ ਦੱਸੋ ਨਾ ਵੀ ਤੁਸੀਂ ਕਹਿੰਦੇ ਵੀ ਸ਼ਾਂਤੀ ਆਪਣੇ ਸਵਾਲ ਦਾ ਤੁਸੀਂ ਆਪੇ ਜਵਾਬ ਦੇ ਦਿੱਤਾ ਵੀ ਜਦੋਂ ਉਹਨੇ ਕਿਹਾ ਸੀ ਇੰਦਰਾ ਗਾਂਧੀ ਮਰੀ ਸੀਗੀ, ਭਾਵੇਂ ਇੰਦਰਾ ਗਾਂਧੀ ਜਾਇਜ਼ ਮਰੀ ਨਜਾਇਜ਼ ਮਰੀ, ਬਿਲਕੁਲ ਉਹ ਵੱਖਰੀ ਗੱਲ ਆ। ਅਸੀਂ ਕਹਿੰਦੇ ਵੀ ਜਿਹੜੇ ਬੰਦਿਆਂ ਮਾਰੀ ਤੁਸੀਂ ਉਹਨੂੰ ਸਜ਼ਾ ਦਿੱਤੀ, ਕੋਈ ਗੱਲ ਨਹੀਂ, ਦੇ ਦਿਓ। ਲੇਕਿਨ ਜਿਹੜੇ ਆਮ ਲੋਕਾਂ ਨੂੰ ਮਾਰਨ ਦਾ ਕੀ ਮਤਲਬ ਸੀਗਾ? ਆਮ ਸਿੱਖਾਂ ਨੂੰ ਮਾਰਨ ਦਾ ਕੀ ਮਤਲਬ ਸੀਗਾ? ਲੋਕਾਂ ਦੀਆਂ ਲਿਸਟਾਂ ਲੈ ਕੇ ਤੁਸੀਂ ਘਰਾਂ ਦੇ ਬੰਦੇ ਕੱਢ ਕਰਕੇ ਮਾਰੇ ਨਹੀਂ ਮਾਰੇ? ਗਲਤ। ਉਹੀ ਗੱਲ ਮੈਂ ਹੁਣ ਕਰਦਾ ਵਾ, ਉਹੀ ਗੱਲ ਮੈਨੂੰ ਕਰਦਾ ਵੀ ਜੇ ਕਿਤੇ ਦੂਸਰੀ ਕਮਿਊਨਿਟੀ ਦਾ ਹੁੰਦਾ ਤੇ ਇਹੋ ਜਿਹੇ ਭਾਣਾ ਵਰ ਜਾਂਦਾ, ਫਿਰ ਆਪਾਂ ਕੀ ਕਰਦੇ ਉੱਥੇ? ਜੀ ਮੈਂ ਤਾਂ ਨਹੀਂ ਗੱਲ ਕਰਨਾ। ਅਗਲੀ ਗੱਲ ਮੇਰੀ ਬੇਟੀ ਸੁਣ, ਜਵਾਬ ਸੁਣ ਲਓ ਤੁਸੀਂ। ਜੇ ਸਾਕਾ ਨੀਲਾ ਤਾਰਾ ਹੋਇਆ, ਸੰਤਾਂ ਨੇ ਹਥਿਆਰਬੰਦ ਲੜਾਈ ਛੇੜੀ, ਮੈਂ ਕਿਸੇ ਲੜਾਈ ਦੇ ਖਿਲਾਫ ਨਹੀਂ, ਉਹਨਾਂ ਆਪਣੇ ਲੈਵਲ ਸੀ ਕੀਤਾ। ਅਸੀਂ ਕੀ ਖੱਟਿਆ ਉਹਦੇ ਵਿੱਚ? ਜੇ ਉਦੋਂ ਬਾਅਦ ਮੁੰਡਿਆਂ ਨੇ ਜਾ ਕੇ ਛੜੀ ਹਥਿਆਰਬੰਦ ਛੜੀ, ਭਾਜੀ ਕਿਸੇ ਦੇਸ਼ ਦੀ ਸੈਨਾ ਲੜਨਾ ਬੜਾ ਔਖਾ ਵਾ, ਬਹੁਤ ਔਖਾ ਸੈਨਾ ਲੜਨਾ। ਜਿਹਦੇ ਕੋਲ 14 ਲੱਖ ਸੈਨਿਕ ਹੋਵੇ, ਤੁਹਾਡੇ ਉੱਤੇ 4 ਬੰਦੇ ਸੀ, ਕੀ ਕਰਨਗੇ? ਠੀਕ ਆ, ਸਿੰਬੋਲਿਕ ਅਸੀਂ ਦੱਸਿਆ ਵੀ ਲੜ ਸਕਦੇ, ਵਕਤ ਪਾ ਛੱਡਿਆ ਸੀ, ਇਹਦੇ ਕੋਲ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਲੇਕਿਨ ਨੁਕਸਾਨ ਕੀ ਹੋਇਆ ਸਾਡਾ? ਅਸੀਂ ਇਹ ਗੱਲ ਕਹਿੰਦੇ ਆ, ਅੱਜ ਦੇ ਹਾਲਾਤ ਦੇ ਮੁਤਾਬਕ ਦੁਨੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕੋਈ ਬੰਦਾ ਕਹੇ ਨਾ ਵੀ ਮੈਂ ਜਿਹੜੀ ਸੀ ਹਥਿਆਰ ਦੀ ਨੋਕ ਦੇ ਉੱਤੇ ਆਜ਼ਾਦੀ ਲੈ ਲੂੰਗਾ, ਬਿਲਕੁਲ ਗਲਤ ਗੱਲ, ਕੋਈ ਨਹੀਂ ਮਿਲਣੀ। ਮੈਂ ਆਪਣੀ ਕੰਨੀ ਗੱਲ ਸੁਣਦਾ, ਮੈਂ ਕੰਨੀ ਗੱਲ ਕਰਦਾ। ਜਦੋਂ ਬਕਾਇਦਾ ਤੌਰ ਤੇ ਕਾਰਗਿਲ ਦੀ ਜੰਗ ਹੋਈ ਹੈ, ਪਾਕਿਸਤਾਨ ਟੈਲੀਵਿਜ਼ਨ ਤੇ ਪ੍ਰੋਗਰਾਮ ਲਾਈਵ ਚੱਲਦਾ ਸੀ ਅੱਧੇ ਘੰਟੇ ਦਾ। ਉਸ ਪ੍ਰੋਗਰਾਮ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਆਜ਼ਾਦ ਕਸ਼ਮੀਰ ਦਾ ਇੱਕ ਲੀਡਰ ਬਿਠਾਇਆ ਸੀ। ਉਹ ਲੀਡਰ ਨੇ ਕੀ ਕਿਹਾ ਸੀਗਾ? ਉਹ ਲੀਡਰ ਨੇ ਇੰਨੀ ਗੱਲ ਕੀ, ਉਹ ਕਹਿੰਦਾ ਜਿਹੜਾ ਐਂਕਰ ਸੀ, ਉਹ ਕਹਿੰਦਾ ਜੀ ਜੇ ਸਾਨੂੰ ਕਿਤੇ 2 ਘੰਟੇ ਦਾ ਟਾਈਮ ਹੋ ਮਿਲ ਜਾਂਦਾ ਜੀ ਕਸ਼ਮੀਰ ਤੇ ਕਬਜ਼ਾ ਕਰ ਲੈਣਾ ਸੀ, ਅਸੀਂ ਸ਼ੀਨੇ ਵਿੱਚ ਵੜ ਜਾਣਾ ਸੀ। ਕਹਿੰਦਾ ਫਿਰ ਕੀ ਕਰ ਲੈਂਦੇ? ਜੇ ਵੜ ਜਾਂਦੇ ਫਿਰ ਤੁਸੀਂ ਕੀ ਕਰ ਲੈਂਦੇ? ਉਹ ਕਹਿੰਦਾ 12 ਲੱਖ ਇੰਡੀਆ ਦੀ ਫੌਜ ਹੈ ਤੇ ਦੁਨੀਆ ਦੀ ਤੀਸਰੀ ਵੱਡੀ ਫੌਜ ਆ, ਉਹ ਲਾਸ਼ਾਂ ਦਾ ਢੇਰ ਨਹੀਂ। ਜਿੱਦਾਂ ਹੁਣ ਜੁੱਤੀਆਂ ਖਾ ਕੇ ਵਾਪਸ ਆ ਜਾਣਾ, ਉਦਾਂ ਹੀ ਤੁਸੀਂ ਵਾਪਸ ਆਉਣਾ ਸੀ। ਮੈਂ ਨਹੀਂ ਕਹਿੰਦਾ, ਉਹ ਆਜ਼ਾਦ ਕਸ਼ਮੀਰ ਦੇ ਜਿਹੜੇ ਲੀਡਰ ਦੀ ਉਹਦੀ ਵਾਈਡਿੰਗ ਸੀ। ਇਸ ਕਰਕੇ ਕਿਸੇ ਦੇਸ਼ ਦੀਆਂ ਫੌਜਾਂ ਨਾਲ ਲੜਨਾ ਟਕਰਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ। ਉਹਦਾ ਇੱਕੋ ਹੀ ਨੁਕਤਾ ਹੈਗਾ, ਬਸ ਤੁਸੀਂ ਆਪਣਾ ਸ਼ਾਂਤਮਈ ਸੰਘਰਸ਼ ਜਾਰੀ ਰੱਖੋ। ਸ਼ਹਾਦਤਾਂ ਹੁੰਦੀਆਂ ਤੇ ਕੋਈ ਗੱਲ ਨਹੀਂ, ਦੇਈ ਚਲੋ। ਆਖਰਕਾਰ ਤੁਹਾਡੇ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਕੈਨੇਡਾ ਦੀ ਗੱਲ ਕਰ ਲੈਂਦੇ ਆ। ਬਾਈਡਨ ਸਾਹਿਬ ਨੇ ਕੀ ਕਿਹਾ, ਸਾਡੇ ਟਰੰਪ ਸਾਹਿਬ ਨੇ ਕੀ ਕਿਹਾ? ਅਸੀਂ ਜਿਹੜੇ ਸਿੱਖ ਤੇ ਕਿਸਾਨ ਹੋ, ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੀ ਸਪੋਰਟ ਕਰਦੇ। ਜੇ ਹਿੰਸਕ ਹੋ ਜਾਣ ਕਦੀ ਸਪੋਰਟ ਨਹੀਂ ਕਰਨਗੇ, ਬਿਲਕੁਲ ਨਹੀਂ ਕਰਨਗੇ। ਨਹੀਂ ਤੇ ਸਵਾਲ ਬਾਈਡਨ ਸਾਹਿਬ ਨੇ ਕੀ ਕਿਹਾ ਜੀ? ਜਿਹੜੀ ਹੈਗੀ ਆ ਤੁਹਾਡੀ ਹੈਰਿਸ ਨੇ ਕੀ ਕਿਹਾ ਵੀ ਅਸੀਂ ਉਹਨਾਂ ਦੇ ਸ਼ਾਂਤਮਈ ਸੰਘਰਸ਼ ਦੀ ਸਪੋਰਟ ਕਰਦੇ। ਜਿਹੜੀ ਪੀੜ ਹੁੰਦੀ ਸਾਡੀ ਸਰਕਾਰ ਨੂੰ ਉੱਥੇ ਆ ਕੇ ਵੀ ਸਪੋਰਟ ਕਰ ਰਹੇ ਹੋ ਜੀ। ਚਲੋ ਆਪਣੇ ਸਾਰੇ ਸਵਾਲ ਰਹਿ ਗਏ ਨੇ, ਕੋਈ ਗੱਲ ਨਹੀਂ। ਚਲੋ ਆਪਾਂ ਅਗਲੀ ਕਾਲ ਲੈ ਲਈਏ। ਥੈਂਕ ਯੂ ਜੀ ਵੀਰ ਜੀ। ਕੁਝ ਕਹਿਣਾ ਚਾਹੁੰਦੇ ਹੋਰ? ਨਹੀਂ ਜੀ, ਬਸ ਠੀਕ ਹੈ। ਮੈਂ ਇਹ ਕਹਿਣਾ ਚਾਹੁੰਦਾ, ਇਹਨਾਂ ਨੂੰ ਮੈਂ ਇੱਕ ਆਪਣੇ ਪੱਟੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਜੀ ਕਿ ਜਿਹੜਾ ਤੁਸੀਂ ਕਹਿੰਦੇ ਨਾ ਵੀ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਤੁਸੀਂ ਕਹਿੰਦੇ ਵੀ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਲਿਆ ਜਾਂਦਾ, ਤੁਹਾਡੇ ਸਾਹਮਣੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਆਏ। ਭਾਜੀ ਇੱਕ ਮਿੰਟ ਮੈਂ ਹੁਣ ਤਾਲਿਬਾਨ ਇੱਕ ਮਿੰਟ ਪੱਟੀ ਸਾਹਿਬ, ਇੱਕ ਮਿੰਟ ਤੁਸੀਂ ਵੀ ਰੁਕਿਓ, ਮੈਂ ਵੀ ਰੁਕਦਾ। ਉਹਨਾਂ ਦੇ ਵਿੱਚ ਨਾ ਏਕਤਾ ਆ। ਪੱਟੀ ਸਾਹਿਬ ਨੇ ਇੱਕ ਗੱਲ ਕਹੀ, ਉਹ ਵੰਡੀਆਂ, ਅਸੀਂ ਤੇ ਵੰਡੇ ਪਏ। ਸੰਤਰਾ ਦਿਖਦਾ ਤੁਹਾਡਾ, ਫਾੜੀਆਂ ਕਿੰਨੀਆਂ ਨੇ? ਛੋਟਾ ਲੈ ਲਓ, ਵੱਡਾ ਲੈ ਲਓ, ਵੱਖ-ਵੱਖ ਤਰ੍ਹਾਂ ਦੀਆਂ ਫਾੜੀਆਂ ਨੇ। ਠੀਕ ਹੈ, ਫਾੜੀਆਂ ਹੀ ਨੇ ਨਾ ਜੀ। ਬਿਲਕੁਲ। ਤੇ ਜਦੋਂ ਤੁਸੀਂ ਫਾੜੀਓ ਉਹਨਾਂ ਨੂੰ ਫਾੜੀਆਂ ਕਰਨ ਦੀ ਤਾਂ ਲੋੜ ਹੀ ਨਹੀਂ। ਸਹੀ ਗੱਲ ਤੁਹਾਡੀ। ਅਸੀਂ ਸਰਬ, ਤੁਸੀਂ ਮੈਨੂੰ ਦੱਸੋ, ਮੇਰੀ ਕਿੰਨੀ, ਮੈਂ ਸਰਬਲੋ ਸੁਣਦਾ ਪਿਆ ਥੋੜੇ ਸਮੇਂ ਦੇ ਵਿੱਚ, ਗੁਰੂ ਦਸਮ ਗ੍ਰੰਥ ਸੁਣਦਾ ਪਿਆ ਥੋੜੇ ਸਮੇਂ ਦੇ ਵਿੱਚ, ਆਪਣੀ ਨੌਲੇਜ ਦੇ ਵਿੱਚ ਵਾਧਾ ਕਰਦਾ ਪਿਆ। ਘੰਟਿਆਂ ਬਾਅਦ ਇੱਕ ਬੰਦੇ ਨਾਲ ਮੇਰਾ ਵਿਚਾਰ ਚਰਚਾ ਚੱਲਦਾ ਪਿਆ। ਮੈਂ ਕਿਹਾ ਤੁਸੀਂ ਪੜ੍ਹਿਆ? ਕਹਿੰਦਾ ਨਹੀਂ ਪੜ੍ਹਿਆ। ਤੇ ਮੈਂ ਕਿਹਾ ਮੈਂ ਤੇ ਯਾਰ ਆ ਤੈਨੂੰ ਇੰਨੇ ਸਵਾਲ ਪੜ੍ਹ ਕੇ ਪੁੱਛੇ ਤੇ ਕੋਈ ਜਵਾਬ ਹੈ ਨਹੀਂ, ਤੇ 2 ਘੰਟੇ ਮੈਂ ਤੇਰੇ ਨਾਲ ਮੈਂ ਐਵੇਂ ਮੱਥਾ ਮਾਰ ਦੇਣਾ? ਤੂੰ ਇੰਨੀਆਂ ਮੈਨੂੰ ਗੱਲਾਂ ਸੁਣਾਤੀਆਂ, ਗਾਲਾਂ ਵੀ ਕੱਢਤੀਆਂ ਵਿੱਚ, ਮੈਂ ਤੇਰੀਆਂ ਗਾਲਾਂ ਵੀ ਸੁਣ ਲਈਆਂ। ਸਾਡੇ 'ਚ ਨਾ ਇੱਕ ਘਾਟ ਆ। ਅਸੀਂ, ਮੈਨੂੰ ਦੱਸੋ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਜਦੋਂ ਪਹਿਲਾਂ 5 ਪਿਆਰੇ ਜਿਹੜੇ ਨੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਛਕਾਈ, ਅਸੀਂ ਤੇ ਉੱਥੇ ਇੱਕ ਨਹੀਂ।
ਵੀਰ ਜੀ ਦੱਸੋ, ਅਸੀਂ ਉੱਥੇ ਇੱਕ ਹੈਗੇ ਆ। ਉਹ ਵੀਰ ਜੀ ਗੱਲ ਹੈਗੀ। ਨਹੀਂ ਮੇਰੀ ਗੱਲ ਦਾ ਹਾਂ ਜਾਂ ਨਾ ਜਵਾਬ ਦਿਓ, ਤੁਸੀਂ ਇੱਕ ਹੈਗੇ ਉੱਥੇ? ਨਹੀਂ ਅਸੀਂ ਇੱਕ ਨਹੀਂ ਹੈਗੇ, ਬਿਲਕੁਲ ਨਹੀਂ ਹੈਗੇ। ਨਹੀਂ ਨਾ ਹੈਗੇ। ਜਦੋਂ ਅਸੀਂ ਖੰਡੇ ਬਾਟੇ ਦੀ ਪੌਲ ਤੇ ਹੀ ਇੱਕ ਨਹੀਂ ਹੈਗੇ, ਗੁਰੂ ਨਾਨਕ ਮਹਾਰਾਜ ਦੇ ਉੱਤੇ ਅਸੀਂ ਉਹਦੀ ਫਿਲਾਸਫੀ ਦੇ ਉੱਤੇ ਇੱਕ ਨਹੀਂ ਹੈਗੇ, ਤੇ ਫਿਰ ਵੰਡੀਆਂ ਨਹੀਂ ਤੇ ਕੀ ਆਏ? ਜਦੋਂ ਅਸੀਂ ਉਹ ਲੈ ਲਾਂਗੇ ਨਾ, ਗੁਰੂ ਨਾਨਕ ਮਹਾਰਾਜ ਦੀ ਗੁੜਤੀ ਲੈ ਲਾਂਗੇ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਪੁੱਤ ਬਣ ਜਾਵਾਂਗੇ। ਜੇ ਅਸੀਂ ਕਹਿਣਾ ਕਿ ਸ਼ੁਰੂ ਕਰ ਦਾਂਗੇ ਨਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਪੁੱਤ ਆ, ਅਸੀਂ ਗੁਰੂ ਗੋਬਿੰਦ ਸਿੰਘ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਤੇ ਉਦੋਂ ਦੇਖਿਓ ਚੜ੍ਹਦੀ ਕਲਾ ਵਾਲੇ ਪਾਸੇ ਜਾਣਗੇ। ਉਹ ਕੀ ਸੀ? ਉਹ ਖਤਮ ਕਰ ਦਿੱਤੇ ਗਏ, ਤੁਹਾਡੀ ਢੰਡੋਰੀ ਪਟਾ ਦਿੱਤੀ ਗਈ, ਤੁਹਾਡੀ ਬਿੱਲੀ ਮਾਰ ਕੇ ਟੰਗ ਦਿੱਤੀ ਗਈ। ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ 7.5 ਮਹੀਨੇ ਘੇਰਾ ਪਿਆ ਰਿਹਾ, ਤੁਹਾਨੂੰ ਜੜਾਂ ਦਰਖਤਾਂ ਦੀਆਂ ਪੀਸ ਕੇ ਰੋਟੀ ਖਾਣੀ ਪਈ, ਤੁਸੀਂ ਪੱਟ ਦੇ ਮਾਸ ਖਾਦੇ, ਤੁਸੀਂ ਜਾਨਵਰ ਖਾਦੇ ਵੱਢ ਕੇ। ਆਨੰਦਪੁਰ ਸਾਹਿਬ ਦੇ ਘੇਰੇ ਦੀ ਮਿਸਾਲ ਲੈ ਲਓ, ਉਦੋਂ ਬਾਅਦ ਵੀ ਤੁਹਾਡੀਆਂ ਜਿਹੜੀਆਂ ਨੇ ਬਿੱਲੀ ਮਾਰ ਕੇ ਟੰਗ ਕੇ ਦਿੱਲੀ ਲੈ ਕੇ ਗਏ, ਕਿ ਸਿੱਖਾਂ ਦੀ ਬਿੱਲੀ ਵੀ ਮਾਰ ਦਿੱਤੀ, ਪਰ ਉਹ ਝੂਠੇ ਸੀ। ਸਾਬਤ ਕਰ ਦਿੱਤਾ ਗੁਰੂ ਦੇ ਸਿੱਖਾਂ ਦੇ ਅਸਲੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਸੀ, ਜਿਹੜੇ ਘੋੜਿਆਂ ਤੇ ਰਹਿੰਦੇ ਸੀ, ਕੀ ਉਦੋਂ ਗੁਰੂ ਦਸਮ ਗ੍ਰੰਥ ਛਪ ਚੁੱਕਾ ਸੀ? ਮੈਨੂੰ ਜਵਾਬ ਦਿਓ। ਮੈਂ ਸਤਿਕਾਰ ਕਰਦਾ ਦਸਮ ਗ੍ਰੰਥ ਦਾ, ਦਿਲੋਂ ਕਰਦਾ, ਕਿਉਂਕਿ ਉੱਥੇ ਮੇਰੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੀ ਜੇ ਬਾਣੀ ਦਰਜ ਹੈ ਤੇ ਮੈਂ ਨਤਮਸਤਕ ਹਾਂ। ਕੀ ਉਦੋਂ ਸਰਬਲੋਹ ਸੀ? ਸਰਬਲੋਹ ਗ੍ਰੰਥ ਸਾਹਿਬ ਸੀ ਉਦੋਂ? ਮੈਂ ਦੱਸੋ ਹਾਂ ਜਾਂ ਨਾ ਦੇ ਵਿੱਚ। ਕੋਈ ਇਹਦਾ ਪੱਕਾ ਪ੍ਰਮਾਣ ਨਹੀਂ ਗਾ ਜੀ। ਪੱਕਾ ਉਦੋਂ ਸਿਰਫ ਤੇ ਸਿਰਫ ਆਦ ਬੀੜ ਸੀ। ਸੀ ਬਿਲਕੁਲ। ਇਹਦਾ ਕੋਈ ਇਹ ਤਾਂ ਤੁਹਾਡਾ ਮੈਂ ਠੀਕ ਹੈ, ਇਹਦੇ ਨਾਲ ਸਹਿਮਤ ਹਾਂ। ਆਦ ਬੀੜ ਸੀ। ਕੀ ਉਹਨੇ ਕਿਹਾ ਸੀਗਾ ਅਬਦਾਲੀ ਨੇ ਕੀ ਕਿਹਾ ਸੀਗਾ? ਵੀ ਇਹ ਗੁਰੂ ਤੁਹਾਡੇ ਗੁਰੂ ਸ਼ਬਦ ਤੇ ਵੀ ਪਾਬੰਦੀ ਲਾਤੀ। ਜਿਸ ਗੁਰੂ ਸ਼ਬਦ ਦੇ ਉੱਤੇ ਗੁੜ ਲਬਤੇ, ਗੁੜ ਤੇ ਵੀ ਲਾਤੀ। ਰੋੜੀ ਕਹਿੰਦੇ ਸੀ। ਰੋੜੀ ਲਫ਼ਜ਼ ਤੇ ਆ ਰੋੜਿਆਂ ਨੂੰ ਅਸੀਂ ਨਫ਼ਰਤ ਕਰਦੇ ਨਾ, ਰੋੜੀ ਲਫ਼ਜ਼ ਉੱਥੋਂ ਨਿਕਲਿਆ ਜੀ। ਅਸੀਂ ਭਾਪੇ ਕਹਿੰਦੇ ਨੇ ਰੋੜੇ, ਇਹ ਜੇ ਉੱਥੋਂ। ਹੁਣ ਮੈਨੂੰ ਸੱਚੀਆਂ ਸੁਣਦੇ ਫਿਰ ਖਿੱਚ ਚੜਦੀ ਆ, ਜਦੋਂ ਪਰਦੇ ਖੋਲਦੇ ਨੇ। ਅਸੀਂ ਵੰਡੇ ਹੋਏ ਆ, ਜਿੰਨਾ ਚੱਕ ਸਾਡੀਆਂ ਇਹ ਵੰਡੀਆਂ ਜਾਤ ਪਾਤ ਮਜ਼ਹਬ ਧਰਮ ਦੇ ਵਿੱਚ ਅਸੀਂ ਹਾਂ, ਉਹਨਾਂ ਚਿਰ ਅਸੀਂ ਗੁਰੂ ਦੇ ਸਿੱਖ ਨਹੀਂ ਹਾਂ। ਜਿੱਦਣ ਅਸੀਂ ਗੁਰੂ ਦੇ ਸਿੱਖ ਬਣਨਾ, ਉਦਣ ਸਾਨੂੰ ਮਾਨਸਕੀ ਜਾ ਸਭੇ ਕੇ ਪਹਿਚਾਨ ਵਾਲਾ ਨਾਰਾ ਆਪਣੇ ਘਰ ਦੇ ਵਿੱਚ ਵੀ ਤੇ ਡੇਰਿਆਂ ਦੇ ਵਿੱਚ ਵੀ, ਜਿੱਥੇ ਵੀ ਨਿਸ਼ਾਨ ਸਾਹਿਬ ਉੱਥੇ ਲੱਗ ਜਾਵੇਗਾ ਕਿ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਬਾਰਾ ਜੀਓ। ਉਦਣ ਅਸੀਂ ਚੜ੍ਹਦੀ ਕਲਾ ਵਾਲੇ ਪਾਸੇ ਜਾਵਾਂਗੇ। ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਮੰਦਰਾਂ 'ਚ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਪਵੇ ਕਿਤੇ ਲੋੜ ਜੇ ਸੀਨਾ ਅਜਮਾਵਣੇ ਦੀ, ਤੇ ਹੱਸ ਛਾਤੀ ਮੂਰੇ ਡਾਵੇ ਤੇਰਾ ਖਾਲਸਾ। ਜਿੱਧਰ ਅਸੀਂ ਸੰਕਲਪ ਲੈ ਲਿਆ ਕਿ ਅਸੀਂ ਗੁਰੂ ਦੇ ਲੜ ਲੱਗੇ ਹਾਂ, ਮੌਤ ਤੋਂ ਬੇਪਰਵਾਹ ਸਿਰਫ ਤੇ ਸਿਰਫ ਅਸੀਂ ਸਿੱਖਿਆ, ਅਸੀਂ ਚੜ੍ਹਦੀ ਕਲਾ ਵਾਲੇ ਪਾਸੇ ਜਾਵਾਂਗੇ। ਕੋਈ ਡੱਕ ਹੀ ਨਹੀਂ ਸਕਦਾ, ਜਿੰਨੀਆਂ ਮਰਜ਼ੀ ਵੱਡੀਆਂ ਫੌਜਾਂ ਆ ਜਾਣ, ਜਿੰਨਾ ਮਰਜ਼ੀ ਵੱਡੀ ਲਲਕਾਰ ਕੇ ਆ ਜਾਣ, ਜੋ ਵੀ ਆ, ਪਰ ਅਸੀਂ ਵੰਡੇ ਹੋਏ ਆ, ਲਾਲਚੀ ਆ। ਮਾਫ ਕਰਨਾ ਪਰ ਚਾਲ ਤੁਹਾਡੇ ਫਿਰ ਕਹਿਣ ਦਾ ਮਤਲਬ ਇਹ ਵੀ ਕੁਆਲਿਟੀ ਨਹੀਂ ਨਾ ਹੈਗੀ। ਫਿਰ ਕੁਆਲਿਟੀ ਨਹੀਂ ਹੈਗੀ, ਗਿਰ ਚੁੱਕਾ ਵਾ ਸਿੱਖ। ਹਾਂ, ਪਰ ਭਾਵੇਂ ਇਹ ਜਿਹੜੇ ਹੁਣ ਜੇ ਪਹਿਲਾਂ ਵੀ ਤਾਂ 12 ਮਿਸਲਾਂ 'ਚ ਵੰਡੇ ਹੁੰਦੇ ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਦੋਂ ਵੀ ਗਿਣਤੀ 7% ਸੀ। ਭਾਜੀ ਮਿਸਲਾਂ 'ਚ ਵੰਡਣ ਦਾ ਕਾਰਨ ਕੀ ਸੀ? ਦੱਸਿਓ ਮੈਨੂੰ ਜਰਾ। ਚਲੋ ਮੈਂ ਕਹਿੰਦਾ ਅੱਧਾ ਘੰਟਾ ਲੱਗਣਾ। ਮਿਸਲਾਂ 'ਚ ਵੰਡਣ ਦਾ ਕਾਰਨ ਕੀ ਸੀ? ਦੱਸਿਓ ਮੈਨੂੰ। ਬਰਾਬਰ ਦੀਆਂ ਸੀ ਮਿਸਲਾਂ, ਅੱਜ ਤੁਹਾਨੂੰ ਦੱਸ ਦਿੰਦਾ ਮੈਂ। ਦੱਸਿਓ ਉਹ ਬਰਾਬਰ ਦੀਆਂ ਸੀਗਾ। ਕਿਉਂ ਵੰਡਿਆ ਗਿਆ? ਮੈਨੂੰ ਦੱਸ ਦਿਓ, ਜਵਾਬ ਦਿਓ। ਕਿਉਂ ਵੰਡਿਆ ਸੀ 12 ਮਿਸਲਾਂ ਦੇ ਵਿੱਚ? ਅਸੀਂ ਇਸ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਸੀ ਉਹ ਇਹਦਾ ਮਿਸਲ। ਹਾਂ ਬਿਲਕੁਲ, ਇਕੱਠੇ ਹੋ ਕੇ ਲੜਦੇ ਸੀ ਜਦੋਂ। ਨਹੀਂ, 12 ਮਿਸਲਾਂ ਦੇ ਵਿੱਚ ਵੰਡੇ ਕਿਉਂ ਸੀ? ਦੱਸਿਓ ਮੈਨੂੰ। ਕਿਉਂ ਵੰਡਣੇ ਪਏ? ਤੁਸੀਂ ਦੱਸੋ। ਕਿਉਂ ਵੰਡਣੇ ਪਏ? ਕਿਉਂ ਵੰਡੇ? 12 ਮਿਸਲਾਂ ਦੇ ਵਿੱਚ ਕਿਉਂ ਵੰਡੇ? ਕਿਹੜੀ ਕਾਰਨ ਕਰਕੇ ਵੰਡੇ? ਇੱਕ ਥਾਂ ਤੇ ਖਾਣਾ ਬਣਦਾ ਸੀ, ਇੱਕ ਥਾਂ ਤੇ। ਮੈਂ ਉਹੀ ਕਹਿੰਦਾ, ਉਦੋਂ ਕੋਈ ਨਾ ਜਾਤ ਸੀ, ਨਾ ਪਾਤ ਸੀ, ਨਾ ਊਚ ਸੀ, ਨਾ ਘਾਟ ਸੀ। ਇੱਕ ਥਾਂ ਤੇ ਖਾਣਾ ਵਗਦਾ ਸੀਗਾ, ਇੱਕ ਥਾਂ ਤੇ। ਆ ਤੁਹਾਡੀ ਛੋਟੀ ਜੀ ਦਾਰੀ ਦੇ ਵਿੱਚ ਜਿਹੜੀ ਬਾਬਾ ਜੱਸਾ ਸਿੰਘ ਰਾਮਗੜ੍ਹੀ ਨੇ ਬਣਾ ਦਿੱਤੀ ਸੀਗੀ, ਉਹਦੇ ਵਿੱਚ ਇੰਨੇ ਕੁ ਰਹਿ ਗਏ ਸੀ, ਇੰਨੇ ਕੀ ਇੱਕ ਥਾਂ ਤੇ। ਫਿਰ ਹੌਲੀ ਹੌਲੀ ਵੱਧਦੇ ਗਏ, ਹੌਲੀ ਹੌਲੀ ਜਨਰੇਸ਼ਨ ਵੱਧਦੀ ਗਈ, ਡਿਪਾਰਟਮੈਂਟ ਵੰਡ ਦਿੱਤੇ ਗਏ। ਡਿਪਾਰਟਮੈਂਟ ਵੰਡੇ ਸੀਗੇ ਵੀ ਤੂੰ ਆਹ ਕਰਨਾ, ਤੂੰ ਆਹ ਕਰਨਾ, ਤੂੰ ਆਹ ਕਰਨਾ, ਤੁਸੀਂ ਆਹ ਕਰਨਾ। ਇਤਿਹਾਸ ਨੂੰ ਪੜ੍ਹੀਏ, ਕਿਤਾਬਾਂ ਸਾਡੀਆਂ ਜਿਹੜੀਆਂ ਨੇ ਉਹਨਾਂ ਦੇ ਘੱਟੇ ਪੈ ਜਾਂਦੇ, ਲਿਆ ਕੇ ਵੀ ਨਹੀਂ ਰੱਖਦੇ ਅਸੀਂ। ਉਹ ਉੱਥੇ ਉਹ ਰੱਦੀ ਦੇ ਵਿੱਚ ਵੇਚਦੀਆਂ ਨੇ। ਮਿਸਾਲ ਦੇ ਤੌਰ ਤੇ ਇਤਿਹਾਸ, ਮੈਂ ਤਾਂ ਕਹਿੰਦਾ ਕੋਈ ਸਾਹਮਣੇ ਬੈਠਾ ਹੋਵੇ ਕਿਤੇ ਆ ਕੇ ਨਜ਼ਾਰਾ ਤਾਂ ਫੇਰ ਆਉਂਦਾ। ਪੱਟੀ ਸਾਹਿਬ ਨਾਲ ਮਜ਼ਾ ਕਿਉਂ ਆਉਂਦਾ ਇੰਟਰਵਿਊ ਕਰਨ ਦਾ, ਜਦੋਂ ਆਹ ਗੱਲ ਛਿੜਦੀ ਆ? ਮੈਂ ਵੀ 4 ਘੰਟੇ ਹੋ ਗਏ ਬੈਠੇ ਇੱਥੇ ਨੂੰ। 4 ਘੰਟੇ ਪਹਿਲਾਂ ਮੈਂ ਤਿਆਰੀ ਕੀਤੀ ਹੈ ਸ਼ੋਅ ਦੀ, ਤੇ 3 ਘੰਟੇ ਹੋ ਗਏ, 4 ਘੰਟੇ ਫਿਰ ਲਗਾਤਾਰ ਬੈਠਿਆਂ ਨੂੰ।
ਆਵੇ ਤੇ ਸਹੀ ਕੋਈ ਨਿਰਪੱਖ ਹੋ ਕੇ ਆਵੇ। ਇਹ ਮਤ ਸੋਚੇ ਕਿ ਫਲਾਣੀ ਜਾਤ ਦਾ ਮੋਨਾ ਕੋਨਾ ਇਹ ਜੱਟ ਨਹੀਂ ਆ ਜਾਂ ਮਜਬੀ ਆ ਸਰਖਾਨ ਹੈ, ਇਹ ਨਾ ਸੋਚ ਕੇ, ਇਹ ਆ ਸੋਚ ਕੇ ਆਵੇ ਗੁਰੂ ਦਾ ਸਿੱਖ ਆ, ਫੇਰ ਗੱਲ ਕਰਾਂਗਾ ਮੈਂ। ਚਲੋ ਪੱਟੀ ਸਾਹਿਬ, ਜਿਹੜਾ ਤੁਸੀਂ ਅੱਜ ਮਸਲਾ ਕੀਤਾ ਇਹਦੇ ਤੇ ਫਾਈਨਲ ਨਿਬੇੜਾ ਤੁਸੀਂ ਇਹ ਕਰੋ ਵੀ ਇਹ ਜੋ ਕੀਤਾ ਵਰਤਾਰਾ ਉਥੇ ਵਰਤਿਆ, ਵੀ ਤੁਸੀਂ ਫਾਈਨਲੀ ਇਹਨੂੰ ਇਹ ਕਹਿਣਾ ਚਾਹੁੰਦੇ ਵੀ ਜੇ ਉਹਨੂੰ ਫੜ ਕੇ ਕਾਨੂੰਨ ਦੇ ਹਵਾਲੇ ਕਰ ਦਿੰਦੇ ਤੇ ਉਹਨੂੰ ਮੁੜ ਕੇ ਦੁਬਾਰਾ ਦੂਜੇ ਪਾਸੇ ਉਹਦੇ ਨਾਲ ਘੁਮਾ ਕੇ ਫਿਰ ਛੱਡ ਦੇਣਾ ਸੀਗਾ। ਨਹੀਂ ਭਾਜੀ, ਤੁਸੀਂ ਉਹਦੀ ਵੀਡੀਓ ਪ੍ਰੋਪਰ ਬਣਾਉਂਦੇ, ਵੀਡੀਓ ਕਰ ਬਣਾਉਂਦੇ, ਚਾਹੇ ਜੋ ਕੁਝ ਵੀ ਹੋ ਗਿਆ, ਘਟਨਾ ਵਾਪਰ ਗਈ ਉਦੋਂ ਪਹਿਲਾਂ ਹੁਣ ਪ੍ਰੂਫ ਹੈਗਾ ਤੇ ਕੱਢਣ। ਜਿਹੜੀ ਗੱਲ ਕਹਿ ਰਹੇ ਆ ਕਿ 20 ਬੰਦੇ ਨੇ 30,000 ਰੁਪਇਆ ਲੈ ਕੇ ਆਏ ਨੇ, ਜਦੋਂ ਪੱਟੀ ਸਾਹਿਬ ਨੇ ਪੁਆਇੰਟ ਨੋਟ ਕੀਤਾ ਕਿ ਨਵਾਂ ਕਸ਼ਹਿਰਾ ਆ, ਮਗਰ ਸਾਜ਼ਿਸ਼ ਸੀਗੀ, ਸਾਜ਼ਿਸ਼ ਬੇਨਕਾਬ ਕਰਨੀ ਚਾਹੀਦੀ, ਮਗਰ ਬੈਠੇ ਹੈਗੇ ਜੀ, ਕੱਲਾ ਬੰਦਾ ਤਾਂ ਕਰ ਹੀ ਨਹੀਂ ਸਕਦਾ। ਚਲੋ ਥੈਂਕ ਯੂ ਜੀ, ਥੈਂਕ ਯੂ। ਪੱਟੀ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਜਿਹੜੀ ਗੱਲ ਤੁਸੀਂ ਕੀਤੀ ਏਕਤਾ ਦੀ ਬੜੀ ਵੱਡੀ ਗੱਲ ਹੈ। ਅਸੀਂ ਆਦੀ ਵੰਡੇ ਪਏ, ਕੋਈ ਰਾਧਾ ਸਵਾਮੀ ਕਹਿੰਦਾ, ਕੋਈ ਨਿਰੰਕਾਰੀ ਕਹਿੰਦਾ, ਕੋਈ ਨਾਨਕਸਰੀਆ ਕਹਿੰਦਾ, ਬੜੀ ਬੁਰੀ ਤਰ੍ਹਾਂ ਵੰਡੇ ਪਏ, ਅਸੀਂ ਇਕੱਠੇ ਨਹੀਂ ਹੈਗੇ। ਬਿਲਕੁਲ ਸਹੀ ਗੱਲ ਜੀ, ਖਾਲਸਾ ਅੱਜ ਵੀ ਇਕੱਠਾ ਜੇ ਤੇ ਅੱਜ ਵੀ ਲੋਹੀ ਲੱਟ, ਲੇਕਿਨ ਨਾ ਇਕੱਠੇ ਹੋਏ ਤੇ ਨਾ ਤੁਹਾਨੂੰ ਇਕੱਠੇ ਫੋਨ ਦੇਣਾ ਅਗਲੇ ਉਹਨਾਂ ਸਾਡੇ ਦੇ ਵਿੱਚੋਂ ਆ ਰਹੇ ਸਰਾਸੀ ਸਿੱਖ ਸੰਗਤ ਬਣਾਤੀ, ਬਾਕੀ ਕੀ ਰਹਿ ਗਿਆ? ਵੇਖੀ ਬੜੇ ਹੋਏ ਨੇ, ਤਾਂ ਪਛਾਣ ਹੀ ਨਹੀਂ ਉਹਨਾਂ ਦੀ। ਅਸੀਂ ਕੁਛ ਨਹੀਂ ਕਰ ਸਕੇ ਉੱਥੇ। ਦੂਸਰੀ ਚੀਜ਼ ਜਿਹੜੀ ਗੱਲ ਤੁਸੀਂ ਕਹਿੰਦੇ, ਮੇਰਾ ਇਹ ਮਤਲਬ ਸੀਗਾ ਕਿ ਤੁਸੀਂ ਉਹਨੂੰ ਸੰਯੁਕਤ ਕਿਸਾਨ ਦੇ ਮੋਰਚੇ ਸੱਦਦੇ, ਉਹਨਾਂ ਨੂੰ ਸੱਦ ਕੇ ਉਹਨਾਂ ਸਾਹਮਣੇ ਪੁੱਛ ਪੜਤਾਲ ਕੇ ਵੀ 10 ਹੋਰ ਬੰਦੇ ਕਿਹੜੇ, ਤੈਨੂੰ ਕੌਣ ਲੈ ਕੇ ਆਇਆ, ਉਹਦੀ ਪੈਰਵਾਈ ਕਰਦੇ ਤੁਸੀਂ ਕਿ ਇਹ ਬੰਦਾ ਕੌਣ ਆ, ਉਹਨੂੰ ਫੜਦੇ ਵੀ ਹਾਂ ਤੂੰ ਕਿਵੇਂ ਆ ਜੀ। ਦੇਖੋ ਕੀ ਹੋਇਆ ਸੀਗਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕਿਸਾਨ ਮੋਰਚੇ ਦੀ। ਜਦੋਂ ਸੁਪਰੀਮ ਕੋਰਟ ਨੇ ਇੰਨੀ ਗੱਲ ਕਹੀ ਵੀ ਰਸਤੇ ਜਿਹੜੇ ਕਿਸਾਨ ਨਹੀਂ ਮਿਲ ਸਕਦੇ ਤਾਂ ਲੰਮੇ ਸਮੇਂ, ਸਰਕਾਰ ਨੂੰ ਕਿਹਾ, ਹਰਿਆਣਾ ਗਵਰਨਮੈਂਟ ਨੂੰ ਕਿਹਾ ਵੀ ਕਿਸਾਨਾਂ ਨਾਲ ਗੱਲਬਾਤ ਕਰਕੇ ਤੇ ਰਸਤੇ ਖਾਲੀ ਕਰੇ। ਉਹਦੇ ਵਿੱਚ ਇੱਕ ਬੰਦਾ ਕਿਸਾਨ ਬਣ ਕੇ ਆ ਗਿਆ ਮੀਟਿੰਗ ਦੇ ਵਿੱਚ, ਬਾਕੀ ਸਾਰੇ ਕਹਿੰਦੇ ਜੀ ਅਸੀਂ ਇਧਰ ਵੇਖੋ ਰਸਤੇ ਰੋਕੇ ਨਹੀਂ, ਰਸਤੇ ਖੁੱਲੇ ਨੇ, ਰਸਤੇ ਤੁਸੀਂ ਰੋਕੇ, ਆ ਜਿਹੜੇ ਬੈਰੀਅਰ ਲਾਏ ਆ ਕਨਿਆਲੀ ਤਾਰ ਲਈ ਜੇ ਕਿਲੇ ਤੁਸੀਂ ਰੋਕੇ, ਕੱਲ ਪੁੱਟਦੇ ਹੋ ਤੂੰ ਆਪੇ ਰਸਤੇ ਖੁੱਲ ਜਾਣਗੇ। ਅਸੀਂ ਤੇ 2 ਰਸਤਿਆਂ ਦੇ ਵਿਚਾਲੇ ਬੈਠੇ ਆ ਜਿਹੜੀ ਜਗ੍ਹਾ ਖਾਲੀ ਪਈ ਸੀ। ਇੱਕ ਬੰਦਾ ਉਹ ਕਹਿੰਦਾ ਦੇਖੋ ਜੀ ਸਾਨੂੰ ਕੋਈ ਬਦਲੇ ਪ੍ਰਬੰਧ ਕਰ ਦਿਓ ਤੇ ਅਸੀਂ ਜਿਹੜਾ ਵਾ ਉਹ ਉੱਠ ਜਾਾਂਗੇ। ਉਹਨੇ ਤੂੰ ਕੌਣ ਵੀ, ਤੂੰ ਕੌਣ? ਮਤਲਬ ਏਦਾਂ ਦੇ ਬੰਦੇ ਸਾਡੇ ਭੇਸ ਦੇ ਵਿੱਚ ਬਕਾਇਦਾ ਦਸਤਾਰ ਸਜਾਈਏ, ਬਿਲਕੁਲ ਦਾੜਾ ਰੱਖਿਆ, ਪ੍ਰਕਾਸ਼ ਕੀਤਾ ਹੈ ਉੱਥੇ ਬੰਦਾ, ਉਹਨੇ ਅੱਗੇ ਨਿਕਲ ਕੇ ਉਹਨੂੰ ਪੈ ਗਏ ਕਿਸਾਨ ਕਹਿੰਦੇ ਵੀ ਸਾਡੀ 32 ਜਿੱਥੇ ਦੇ ਬੰਦਾ ਨਹੀਂ ਹੈਗਾ, ਇਹਨੇ ਵੱਖਰੀ ਗੱਲ ਕਰਨੀ ਤੇ ਕਰ ਲੈ, ਸਾਡੇ ਨਾਲ ਸਾਡੇ ਨਾਲ ਨਹੀਂ ਹੈਗਾ। ਉਹ ਪੱਕੀ ਆਂਦਾ ਸਾਡੇ ਬੰਦਿਆਂ ਨੂੰ, ਸਾਡੇ ਮੁੰਡੇ ਜਿਹੜੇ ਨੌਜਵਾਨ ਸੀ ਕਹਿੰਦਾ ਇਹਨੂੰ ਥੋੜੇ ਪੈਸੇ ਦਿਓ, ਮੈਂ ਤੇ 2-2.5 ਹਜ਼ਾਰ ਜਿਹੜੇ ਨੇ ਪੀਲੇ ਜਿਹੜੇ ਝੰਡੇ ਲਾ ਦੇਣੇ। ਉਹਨੇ ਕਿਸਾਨ ਮੋਰਚੇ ਨਾਲ ਗੱਲ ਕੀਤੀ, ਕਹਿੰਦਾ ਇਹਨੂੰ ਰਹਿਣ ਦਿਓ, ਇਹ ਬੰਦਾ ਸਰਕਾਰੀ ਆ, ਇਹ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਿਹਾ। ਮੁੜ ਕੇ ਉਹਨੇ ਕਹਿਤਾ, ਸਟੇਜ ਤੋਂ ਕਹਿਤਾ ਕਿ ਹੁਣ ਜੇ ਸਾਡੇ ਇੱਥੇ ਕਾਬੂ ਆ ਗਏ ਤਾਂ ਜੁੱਤੀ ਫੇਰਾਂਗੇ, ਮਤਲਬ ਲੱਭਾ ਨਹੀਂ ਅਜੇ ਤੱਕ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਜੇ ਉਹ ਲੱਭ ਗਿਆ ਵੀ ਬੰਦਾ ਗਦਾਰ ਹੈ, ਇਸੇ ਤਰ੍ਹਾਂ ਇਹਦੀ ਤਫਤੀਸ਼ ਕਰਕੇ ਤੋਂ ਪੁੱਛਿਆ ਜਾਂਦਾ ਵੀ ਤੈਨੂੰ ਕੌਣ ਲੈ ਕੇ ਆ, ਦੱਸ ਪਿਆਰ ਨੇ ਪੁੱਛਿਆ ਜਾ ਸਕਦਾ ਤੇ ਕੌਣ ਲੈ ਕੇ ਦੱਸ ਵੀ ਤੇਰੇ ਨਾਲ ਗੱਡੀ 'ਚ ਬੈਠੀ ਉਹਨੂੰ ਫੜ। ਸਮੇਂ ਦੀ ਮਤਲਬ ਉਹ ਕਹਿ ਲਈਏ ਕਿ ਉਸ ਵਕਤ ਸੋਚ ਜਾਂ ਕਹਿ ਲਓ ਕਿ ਬੰਦੇ ਦੇ ਇੱਕ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਵਾ, ਇੱਕ ਕਾਲ ਲੈ ਲਈ, ਬੜੀ ਜਲਦੀ ਫਲੈਸ਼ ਕਰ ਰਹੀ ਹੈ, ਬਹੁਤ ਸਵਾਲ ਆਪਣਾ ਹੈਗਾ ਉਹ। ਹਾਂ ਕੋਈ ਨਹੀਂ, ਇੱਕ ਕਾਲ ਲੈ ਲਈਏ ਪਹਿਲਾਂ, ਬੜੀ ਜਲਦੀ ਫਲੈਸ਼ ਕਰ ਰਹੀ ਹੈ। ਹੈਲੋ ਜੀ ਚਾਵਲਾ ਜੀ। ਹਾਂਜੀ ਵੀਰ ਜੀ। ਸਰ ਆਪਣੇ ਕੋ ਬਾਜੀ ਮੈਂ ਤਾਂ ਵਾਈਂਡ ਅਪ ਕਰਨ ਵਾਲਾ ਜੀ, ਇੱਕ ਤੁਹਾਡਾ ਕੁਐਸਚਨ ਹੈ। ਮੇਰਾ ਟਾਈਮ ਪੱਟੀ ਸਾਹਿਬ ਵੀ ਖਾ ਗਏ। ਅੱਛਾ ਨਹੀਂ, ਪੱਟੀ ਸਾਹਿਬ ਨੂੰ ਭੁੱਖ ਲੱਗੀ ਹੁੰਦੀ ਆ, ਕੀ ਕਰੀਏ। ਅੱਛਾ ਤੇ ਚਲੋ ਪੱਟੀ ਸਾਹਿਬ ਏਦਾਂ ਕਰੋ, ਕੁਇਕਲੀ ਗੱਲ ਕਰਦੇ ਆਪਾਂ। ਮੈਂ ਨਾ ਦੋਏ ਪੱਖਾਂ ਤੋਂ ਗੱਲ ਕਰਾਂ। ਇੱਕ ਤਾਂ ਪਹਿਲਾਂ ਸਾਜ਼ਿਸ਼, ਹਾਂਜੀ ਇੱਕ ਤਾਂ ਪਹਿਲਾਂ ਆਪਾਂ ਸਾਜ਼ਿਸ਼ ਦੀ ਤਰਫ ਤੋਂ ਦੇਖ ਲੈਂਦੇ ਆ ਵੀ ਕੋਈ ਸਾਜ਼ਿਸ਼ ਹੋ ਸਕਦੀ ਹੈ ਜਾਂ ਕਿਸੇ ਤਰ੍ਹਾਂ, ਉਹਦੇ ਬਾਰੇ ਸਾਰੀ ਗੱਲ ਹੋ ਗਈ ਆ। ਲੇਕਿਨ ਉਹਦੇ ਪਿੱਛੇ ਇੱਕ ਹਰਿਆਣੇ ਦੇ ਕਿਸਾਨ ਨੇ ਟਵਿੱਟਰ ਤੇ ਪਾਇਆ, ਉਹ ਕੁਝ ਗੱਲ ਮੈਨੂੰ ਲੌਜੀਕਲ ਲੱਗੀ। ਉਹ ਹਾਲੇ ਤੱਕ ਚਾਵਲਾ ਜੀ ਤੁਹਾਡੇ ਰੇਡੀਓ ਦਾ ਮੈਂ ਵੇਟ ਕਰਦਾ ਕਿ ਸ਼ਾਇਦ ਉਹ ਚਰਚਾ ਛਿੜੇ, ਬਟ ਹੋਏ ਨਹੀਂ, ਇਸ ਕਰਕੇ ਮੈਂ ਹੁਣ ਫੋਨ ਕੀਤਾ। ਉਹ ਇਹ ਬਈ ਜਦੋਂ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਨਿਹੰਗ ਸੰਤਾ ਸਿੰਘ ਨੇ ਕਾਂਗਰਸ ਤੋਂ ਪੈਸੇ ਲੈ ਕੇ ਕਾਰ ਸੇਵਾ ਕਰਵਾਈ। ਹੁਣ ਉਸ ਤੋਂ ਬਾਅਦ ਸੰਤਾ ਸਿੰਘ ਦੀ ਗੱਦੀ ਤੇ ਬੈਠਾ ਆ ਬਾਬਾ ਬਲਵੀਰ ਸਿੰਘ, ਜਿਹਦੀ ਕਿ ਆਪਣੇ ਅਕਾਲੀ ਦਲ ਦੇ ਨਾਲ ਬਹੁਤ ਨੇੜਤਾ, ਅੰਦਰੋਂ ਅੰਦਰੀ ਅਕਾਲੀ ਦਲ ਦੀ ਭਾਜਪਾ ਨਾਲ ਨੇੜਤਾ। ਹੁਣ ਅੰਦਰੋਂ ਅੰਦਰੀ ਕੀ ਸਾਜ਼ਿਸ਼ ਹੋ ਰਹੀ ਆ ਉਹ ਰੱਬ ਹੀ ਜਾਣੇ। ਤੇ ਹੁਣ ਜਿਹੜੀ ਉਹ ਜਥੇਬੰਦੀ ਉੱਥੇ ਬੈਠੀ ਆ ਨਿਹੰਗ ਸਿੰਘ ਦੀ, ਉਹ ਵੀ ਕਹਿੰਦੇ ਬਲਵੀਰ ਸਿੰਘ ਦੀ ਦੇ ਜਥੇ ਦੀ ਆ। ਕੀ ਇਹ ਸੱਚ ਆ? ਪਹਿਲਾਂ ਇੰਨਾ ਦੱਸ। ਚਲੋ ਇਹਦੇ ਬਾਰੇ ਜਸ ਸਰ ਨੂੰ ਦੱਸ ਦਿਓ, ਫਿਰ ਮੈਂ ਅੱਗੇ ਗੱਲ ਕਰਨੀ ਸਰ। ਨਹੀਂ ਵਾਈਂਡ ਅਪ ਕਰਨਾ ਵੀ ਜੀ, ਬਸ ਇੱਕੋ ਹੀ ਕੁਐਸਚਨ ਬਹੁਤ ਅੱਜ ਦੇ। ਥੈਂਕ ਯੂ। ਹਾਂਜੀ ਪੱਟੀ ਸਾਹਿਬ, ਇਹ ਜਿਹੜੀ ਗੱਲ ਤੁਸੀਂ ਕਹੀ ਇਹਦਾ ਕੱਲ ਅਸੀਂ ਜਵਾਬ ਦੇ ਚੁੱਕੇ ਹਾਂ ਆਲਰੇਡੀ ਜੀ।
ਤੁਹਾਨੂੰ ਪਤਾ ਹੋਏਗਾ ਵੀ ਜਦੋਂ ਇਹ ਜਥੇਬੰਦੀ ਇੱਥੇ ਆ ਕੇ ਬੈਠੀ ਸੀ 26 ਦੀ ਘਟਨਾ ਵਾਪਰੀ ਸੀ, ਬਕਾਇਦਾ ਤੌਰ ਤੇ ਜਿਹੜੀ ਕਿਸਾਨ ਜਥੇਬੰਦੀਆਂ ਸੀ ਉਹਨਾਂ ਦੇ ਬਾਬਾ ਬਲਬੀਰ ਸਿੰਘ ਨੂੰ ਟੈਲੀਫੋਨ ਕੀਤਾ ਸੀ ਆਪਣੀ ਜਿਹੜੀ ਛੋਣੀ ਉਹ ਪਿੱਛੇ ਲੈ। ਬਾਬੇ ਬਲਬੀਰ ਸਿੰਘ ਨੇ ਕਿਹਾ ਕਿ ਮੈਨੂੰ ਲਿਖਤੀ ਭੇਜੋ, ਪਿੱਛੇ ਲੈ ਜਾਣਾ। ਇਹਦਾ ਮਤਲਬ ਬੰਦੇ ਉਹਦੇ ਨੇ। ਮੈਂ ਨਹੀਂ ਕਹਿ ਰਿਹਾ, ਇਹ ਆਪਣੇ ਰਾਜੇਵਾਲ ਸਾਹਿਬ ਦੀ ਸਟੇਜ ਤੋਂ ਸਪੀਚ ਸੀਗੀ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਛੋਣੀ ਪਿੱਛੇ ਲੈ। ਲੇਕਿਨ ਉਹ ਗਈ ਕਿਉਂ ਨਹੀਂ? ਉਦੋਂ ਰੌਲਾ ਪੈ ਗਿਆ ਵੀ ਤੁਸੀਂ ਕੌਣ ਕਹਿਣ ਵਾਲੇ ਜੀ, ਅਸੀਂ ਨਹੀਂ ਲੈ ਕੇ ਜਾਂਦੇ ਜੀ, ਵੇਖੋ ਜੀ ਤੁਸੀਂ ਸਾਨੂੰ ਬਦਨਾਮ ਕਰਦੇ ਹੋ, ਅਸੀਂ ਸਿੱਖ ਆ ਗੁਰੂ ਦੇ, ਅਸੀਂ ਤੇ ਬੈਠੇ ਧੜੀ ਰਾਖੀ ਵਾਸਤੇ ਬੈਠੇ ਆ, ਚਲੋ ਗੱਲ ਆਵਾਗਵਾ ਹੋਊਗੀ। ਜੇ ਕਿਤੇ ਪਿੱਛੇ ਲੈ ਜਾਂਦੇ ਸ਼ਾਇਦ ਘਟਨਾ ਨਾ ਵਾਪਰਦੀ। ਇਸ ਕਰਕੇ ਤੁਹਾਡੀ ਗੱਲ ਠੀਕ ਆ ਵੀ ਬਾਬੇ ਬਲਬੀਰ ਸਿੰਘ ਬੁੱਢਾ ਦਲ ਦਾ ਮੁਖੀਆ ਤੇ ਇਹਨਾਂ ਜਥੇਬੰਦੀਆਂ ਦਾ ਪ੍ਰਧਾਨ ਵੀ ਆਪਣੇ ਨੂੰ ਖੋਦਾ। ਇਸ ਕਰਕੇ ਜਥੇਬੰਦੀ ਜਿਹੜਾ ਬਾਬਾ ਰਾਜਾ ਰਾਮ ਰਾਜ ਸਿੰਘ ਆ, ਉਹ ਮਾਨਸੇ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ, ਉਹ ਕਦੀ ਕਿੱਥੇ ਜਥੇ ਨਹੀਂ, ਕਦੀ ਕਿੱਥੇ ਜਥੇ ਨਹੀਂ, ਕਦੀ ਜਥੇਬੰਦੀ ਹੁੰਦਾ ਕਿਤੇ ਇੱਕ ਜਗ੍ਹਾ ਟਿਕਾਣਾ ਨਹੀਂ ਹੁੰਦਾ ਕੋਈ ਹੈਗਾ। ਇਸ ਕਰਕੇ ਅਜੇ ਤੱਕ ਇਹ ਕਲੀਅਰ ਨਹੀਂਗਾ ਵੀ ਜਥੇਬੰਦੀ ਕਿਹਦੀ ਹੈਗੀ ਸੀ, ਕਿਹਦੇ ਨਾਲ ਹੈਗੀ ਸੀ। ਮੈਂ ਕੱਲ ਹੀ ਪੁੱਛਿਆ ਸੀ, ਕਹਿੰਦੇ ਯਾਰ ਸਾਨੂੰ ਨਹੀਂ ਪਤਾ ਲੱਗਦਾ ਜੇ ਕੋਈ ਬੰਦਾ ਕਿਤੋਂ ਬੈਠਾ, ਕੋਈ ਕਿਤੇ ਬੈਠਾ, ਕਿਹਨੂੰ ਬੁੱਢੇ ਦਲ ਦਾ, ਕਿਹਨੂੰ ਫਲਾਣੇ ਦਲ ਦਾ, ਕੋਈ ਟਿਕਟ ਦਾ, ਕਿੱਥੋਂ ਹੈ ਕਿਸੇ ਸਾਨੂੰ ਨਹੀਂ ਪਤਾ ਬਾਰੇ ਚਾਹੀਦੀ। ਇਸ ਕਰਕੇ ਬਾਬੇ ਬਲਬੀਰ ਸਿੰਘ ਉਦੋਂ ਜੇ ਇੰਨੀ ਗੱਲ ਕਿਸਾਨ ਮੋਰਚੇ ਵਾਲਾ ਕਿਹਾ ਸੀ ਤੇ ਫਿਰ ਸਮਝ ਲਓ ਕਿ ਉਹਦੇ ਬੰਦੇ ਬਾਬਾ ਬਲਬੀਰ ਸਿੰਘ ਦੀ ਜਿਹਨੇ ਕਿਹਾ ਲਿਖਤੀ ਭੇਜੋ, ਅਸੀਂ ਤੁਹਾਨੂੰ ਪਿੱਛੇ ਲੈ ਜੀ। ਚਲੋ ਮੈਂ ਛੋਟੀ ਜਿਹੀ ਗੱਲ ਕਰੀ ਚਾਹੁੰਦਾ ਜੀ ਪਲੀਜ਼। ਹਾਂਜੀ ਤੁਸੀਂ ਗੱਲ ਕਰੋ। ਸ਼੍ਰੋਮਣੀ ਕਮੇਟੀ ਦਾ ਬੜਾ ਇੰਪੋਰਟੈਂਟ ਸਵਾਲ ਆਪਣੇ ਕੋਲ ਹੈ ਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 3 ਨਵੰਬਰ ਤੋਂ ਪਹਿਲਾਂ ਹੋਣੀ। ਨਹੀਂਲੇ ਤੇ ਡੇਲਾ ਮਾਰਨ ਵਾਸਤੇ ਅਕਾਲੀ ਇੱਕ ਨਵਾਂ ਪ੍ਰਪੰਚ ਰੱਖਦੇ। ਸ਼੍ਰੋਮਣੀ ਕਮੇਟੀ ਦਾ ਅੱਜ ਤੱਕ ਇਹਨਾਂ ਕੋਈ ਦਲਿਤ ਪ੍ਰਧਾਨ ਨਹੀਂ ਬਣ ਦਿੱਤਾ। ਵਾਹ, ਹੁਣ ਬਣੂਗਾ। ਦਲਿਤ ਪ੍ਰਧਾਨ ਨਹੀਂ ਬਣ ਦਿੱਤਾ ਤੇ ਇੱਕ ਵਾਰੀ ਉਜਾਗਰ ਸਿੰਘ ਰੰਗੇਟਾ ਜਿਹੜੇ ਮੀਤ ਪ੍ਰਧਾਨ ਸੀ ਉਹ ਪ੍ਰਧਾਨ ਤਦ ਬਣੇ ਸੀ ਵੀ ਜਿਹੜੇ ਪ੍ਰਧਾਨ ਵੀ ਜੇਲ੍ਹ ਸੀ ਤੇ ਸੀਨੀਅਰ ਮੀਤ ਪ੍ਰਧਾਨ ਜੇਲ੍ਹ ਸੀ। ਉਹਨਾਂ ਥੋੜੇ ਦਿਨ ਕੇ ਥੋੜੇ ਮਹੀਨੇ ਪ੍ਰਧਾਨਗੀ ਕੀਤੀ ਸੀ, ਮਾੜੀ ਜਿਹੀ ਜਿੰਨੀ ਕੀਤੀ ਸੀ। ਲੇਕਿਨ ਉਹ ਬੰਦੇ ਭਗਤ ਜੀ ਫਕੀਰ ਹੀ ਬੰਦੇ ਸੀ, ਕਹਿੰਦੇ ਤੇਰੀ ਫਿਰ ਕੋਈ ਫਿਕਰ ਫੁਕ ਨਹੀਂ, ਮੈਂ ਪ੍ਰਧਾਨ ਆ। ਬਹੁਤ ਵਧੀਆ ਬੰਦੇ ਸੀ, ਬੜੇ ਇਮਾਨਦਾਰ ਬੰਦੇ ਸੀ, ਗੁਰੂ ਨੂੰ ਸਮਰਪਿਤ ਸੀ। ਹੁਣ ਇਸ ਵੇਲੇ ਜਿਹੜੀ ਕੰਸੋ ਆ ਰਹੀ ਆ, ਜਿਹੜੀ ਅਕਾਲੀ ਦਲ ਸੋਚ ਰਿਹਾ ਵਾ ਕਿ ਚੰਨੀ ਦਾ ਟਾਕਰਾ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦਲ ਲਾਇਆ ਜਾਵੇ। ਹੈਗਾ ਉਹਨਾਂ ਕੋਲ ਇੱਕ ਨਹੀਂ, ਇੱਕ ਨਹੀਂ ਕਈ ਹੈਗੇ ਉਹਨਾਂ ਕੋਲ। ਬੂਟਾ ਸਿੰਘ ਜਿਹੜਾ ਇਸ ਵੇਲੇ ਮੀਤ ਪ੍ਰਧਾਨ ਆ, ਫਿਰ ਕੇਵਲ ਸਿੰਘ ਬਾਦਲ ਆ, ਫਿਰ ਉਹ ਜਿਹੜਾ ਬਲਬੀਰ ਸਿੰਘ ਕੋਨਸ ਆ, ਕਈ ਬੰਦੇ ਹੈਗੇ ਉਹਨਾਂ ਕੋਲ। ਸਿੰਘ ਬਾਦਲ, ਦਲਬੀਰ ਸਿੰਘ ਕੋਨਸ ਦਾ ਫਾਈਨਲ ਹੋ ਗਿਆ ਸੀ ਜਿਹੜੇ 2 ਸਾਲ ਪਹਿਲਾਂ ਕਿ ਇਹ ਪ੍ਰਧਾਨ ਬਣਦਾ। ਉਹਨੇ ਕਹਿਤਾ ਸੀ ਆਪਣੇ ਬੰਦਿਆਂ ਦੇ ਵੀ ਚੰਗੇ ਚੰਗੇ ਡਰਾਈਵਰ ਤੇ ਚੰਗੀਆਂ ਗੱਡੀਆਂ ਚੁਣ ਲਓ, ਆਪਾਂ ਲੈ ਕੇ ਜਾਣੀਆਂ ਨੇ। ਲੇਕਿਨ ਇਹ ਮੌਕੇ ਦੇ ਉੱਤੇ ਉਹ ਨਾ ਕਿਸੇ ਹੋਰ ਦਾ ਆ ਗਿਆ, ਪੱਕਾ ਨੂੰ ਨਾਲ ਕੀਤਾ ਆ ਗਿਆ, ਉਹਨੂੰ ਜਿਹੜੀ ਸੀ ਪੋਸਟ ਦਿੱਤੀ ਗਈ, ਉਹਨੂੰ ਚੇਤਾ ਹੀ ਨਹੀਂ ਮੈਨੂੰ ਪ੍ਰਧਾਨਗੀ ਮਿਲਣੀ ਹੈ। ਠੀਕ ਹੈ, ਉਹਨੂੰ ਦੇ ਦਿੱਤੀ ਗਈ। ਠੀਕ ਹੈ, ਵੀ ਉੱਥੇ ਜਿਹੜੇ ਸੀ ਇਕੱਠੇ ਸੀਗੇ ਚਲੇ ਦੇ ਬੰਦੇ। ਜੀ ਜੀ ਜੀ, ਬਹੁਤ ਸ਼ੁਕਰੀਆ ਪਾਟੀ ਸਾਹਿਬ, ਬੜਾ ਮਜ਼ਾ ਆਉਂਦਾ ਹੈ। ਸ਼ੁੱਕਰਵਾਰ ਦਾ ਮੈਨੂੰ ਵੀ ਇੰਤਜ਼ਾਰ ਹੁੰਦਾ ਕਿ 10-20 ਮਿੰਟ, 4 ਘੰਟੇ ਤੇ 20 ਮਿੰਟ ਹੋ ਗਏ ਨੇ ਤੇ 3 ਘੰਟੇ ਮੈਂ ਇਸ ਪ੍ਰੋਗਰਾਮ ਦੀ ਤਿਆਰੀ ਦੇ ਉੱਤੇ ਲਾਏ ਨੇ। 7 ਘੰਟੇ ਤੇ 20 ਮਿੰਟ ਇੱਕ ਪ੍ਰੋਗਰਾਮ ਦੇ ਦਿਓ ਜੀ, ਇੱਕ ਪ੍ਰੋਗਰਾਮ ਲਾਈਵ ਦੇ ਦਿਓ ਤੁਸੀਂ, ਜਿਹੜਾ ਆਪਣਾ ਅਗਲਾ ਦੇਣਾ ਨਾ ਲਾਈਵ ਦੇ ਦਿਓ ਪ੍ਰੋਗਰਾਮ ਵੀ ਕਿਹਦੀ ਵਾਰੀ ਕਰੇ ਤੇ ਲੋਕ। ਹਾਂ, ਉਹ ਬਸ ਤੁਹਾਨੂੰ ਦੱਸਦੇ ਆ ਆਫ ਦੀ ਏਅਰ ਘੰਟੇ ਤੱਕ ਗੱਲਬਾਤ ਕਰਦੇ ਆ ਤੁਹਾਡੇ ਨਾਲ ਸਵੇਰੇ ਉੱਠ ਕੇ। ਤੇ ਸੋਮਵਾਰ ਨੂੰ ਮਿੰਟੂ ਜੀ ਨੇ ਤੇ ਤੁਸੀਂ ਆਪਣਾ ਦਿਨ ਚੁਣਨਾ ਤੇ ਮਤਲਬ ਤੁਹਾਡੀ 2 ਦਿਨ ਜੁੜੀ ਲੈਣੀ ਅਸੀਂ ਸਵੇਰ ਦੇ ਸ਼ੋਅ ਦੇ ਵਿੱਚ, ਕਿਉਂਕਿ ਤੁਹਾਨੂੰ ਲਵ ਕਰਨ ਵਾਲਿਆਂ ਦੀ ਜਿਹੜੀ ਇਸ ਵਕਤ ਡਿਮਾਂਡ ਹੈ ਕਿ ਭੱਟੀ ਸਾਹਿਬ ਨੂੰ ਜ਼ਿਆਦਾ ਸਮਾਂ ਦਿਆ ਕਰੋ। ਉਹ ਤੁਹਾਡੀਆਂ ਗੱਲਾਂ ਕਰਾ ਰਹੀਆਂ ਜੀਆਂ, ਇਸ ਕਰਕੇ ਥੋੜ੍ਹਾ ਜਿਹਾ ਸਿੱਧੀਆਂ ਹੁੰਦੀਆਂ, ਸਪਸ਼ਟ ਹੁੰਦੀਆਂ ਨੇ, ਨਾਲੇ ਧੌੜੀ ਵਾਲੇ ਕੜਾਹ ਦੇ ਵਿੱਚ ਲਪੇਟੀਆਂ ਹੁੰਦੀਆਂ ਨੇ, ਤਾਂ ਕਰਕੇ ਚੰਗੀਆਂ ਲੱਗਦੀਆਂ ਨੇ। ਤੁਹਾਡਾ ਸਮਾਂ ਮਤਲਬ ਦੇਖਦੇ ਆ ਜੀ, ਬਹੁਤ ਬਹੁਤ ਸ਼ੁਕਰੀਆ। ਵੇਖੋ ਕਿੰਨੀ ਮਤਲਬ ਤੁਹਾਡੇ 'ਚ ਸਾਡੀ ਟੀਮ ਦੇ ਵਿੱਚ ਉਤਸ਼ਾਹਤ ਕਿੰਨਾ ਸਵੇਰ ਦੇ ਗੁੱਡ ਮਾਰਨਿੰਗ ਦੇ ਸ਼ੋਅ ਦੇ ਸਮੇਂ ਦੇ ਮੁਤਾਬਕ ਜੋ ਵਧੀਆ ਪ੍ਰਾਈਮ ਟਾਈਮ ਵੱਖ-ਵੱਖ ਵਪਾਰੀ ਸੱਜਣਾ ਦਾ ਵੀ ਸਾਥ ਮਿਲ ਰਿਹਾ। ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ, ਰੱਬ ਰਾਖਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।